डॉक्टर सिद्धू की प्रॉब्लम की है? मालका वांगू पॉलिटिक्स करता मैं चन्नी बाई की फायदा वो भाई काहदी मालकी है? मालकी तो उन्होंने है मतलब केंद्र वाले की मालकी तो गांधी परिवार की है, तुहाडी काहदी मालकी है? एक पॉलिटिक्स है विरासती पॉलिटिक्स जिन्होंने कहने हैं, विरासती सुर विच पॉलिटिक्स करना, विरासत नूं नाल लैके करना, पंजाब नूं पंजाब समझ के करना, पंजाब नूं अगे तोड़न वास्ते करना। एक है मालकी की पॉलिटिक्स और जो जायदाद बना लेनी और तो अमीर हो जाना, वैसे ही सियासत जी है ना वो सौखिया अमीर होने का साधन हो गई है। तो इस वे भाजपा ने यह कर दिता है कि उन्हें सारिया एजेंसियां ਜਿਹੜੀਆਂ ਸੌਖਿਆ ਅਮੀਰ ਹੋਇਆਂ ਨੂੰ ਫੜ ਸਕਦੀਆਂ ਨੇ ਉਹਦੇ ਸਿਰ ਤੇ ਪੋਲਿਟਿਕਸ ਕਰ ਰਹੀਆਂ ਨੇ। ਸਾਰਾ ਹਿੰਦੁਸਤਾਨ ਉਲਝਿਆ ਹੋਇਆ, ਉਹ ਜਿਹਨੂੰ ਮਰਜ਼ੀ ਫੜ ਲੈਂਦੇ ਨੇ। ਸਵਾਗਤ, ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰੋਫੈਸਰ ਹਰੀਸ਼ ਸ਼ਰਮਾ, ਇਹਨਾਂ ਦੇ ਨਾਲ ਨੇ ਡਾਕਟਰ ਬਲਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਦੋਨਾਂ ਨੂੰ ਜੀ ਆਇਆਂ। ਸਿਆਸਤ ਵੱਢ ਖਾਣੀ ਹੁੰਦੀ ਆ ਔਰ ਲਿਹਾਜ਼ ਕਿਸੇ ਦਾ ਨਹੀਂ ਕਰਦੀ, ਤੇ ਜਦੋਂ ਕਿਸੇ ਵੀ ਵਿਅਕਤੀ ਨੂੰ ਕਿਸੇ ਸਾਂਚੇ 'ਚ ਪਾ ਕੇ ਅੰਕਿਆ ਜਾਂਦਾ ਹੈ ਤਾਂ ਕਦੇ ਇਤਿਹਾਸ ਵੀ ਮਾਫ ਨਹੀਂ ਕਰਦਾ। ਤੱਥ ਉਵੇਂ ਹੀ ਪੇਸ਼ ਹੁੰਦੇ ਆ ਜਿਵੇਂ ਹੋਣੇ ਹੁੰਦੇ ਆ। ਅੱਜ ਦੀ ਪੋਲਿਟਿਕਸ ਵਿੱਚ ਬਹੁਤ ਸਾਰੇ ਸਿਆਸਤਦਾਨ ਜਿਹੜੇ ਕਦਾਵਰ ਨੇ, ਵੱਡੇ ਕੱਦ ਵਾਲੇ, ਉਹਨਾਂ ਦੇ ਪੈਰ ਉਖੜੇ ਦਿਸਦੇ ਆ। ਅਸੀਂ ਇਹਦਾ ਮੁਲਾਂਕਣ ਕਰਾਂਗੇ ਕਿ ਜਿਨ੍ਹਾਂ ਵੱਲ ਲੋਕ ਅਗਵਾਈ ਲਈ ਵੇਖਦੇ ਰਹੇ, ਜਦੋਂ ਮੁਸੀਬਤ ਪਈ, ਜਦੋਂ ਭਾਰ ਜਾਂ ਭੀੜਾਂ ਪਈਆਂ, ਉਦੋਂ ਉਹ ਕਿਵੇਂ ਉਖੜ ਗਏ, ਕਿਵੇਂ ਪੈਰ ਥਿੜਕ ਗਏ ਉਹਨਾਂ ਦੇ। ਨਵਜੋਤ ਸਿੰਘ ਸਿੱਧੂ ਦੀ ਸਾਰੀ ਰਾਜਨੀਤੀ ਬਾਦਲਕਿਆਂ ਦੇ ਖਿਲਾਫ ਹੈ। ਉਹਦਾ ਸਾਰਾ ਨੈਰੇਟਿਵ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਔਰ ਬਿਕਰਮ ਸਿੰਘ ਮਜੀਠੀਆ ਦੀ ਗਵਰਨੈਂਸ ਵਾਲੀ ਪਹੁੰਚ ਨੂੰ ਲੈ ਕੇ ਤੇ ਉਹਨਾਂ ਦੀ ਨਿੱਜੀ ਅਪਰੋਚ ਨੂੰ ਲੈ ਕੇ ਆ। ਲੇਕਿਨ ਅੱਜ ਦੇ ਦਿਨ 'ਚ ਜਦੋਂ ਨਿਰਣਾਇਕ ਦੌਰ 'ਚ ਸਿੱਧੂ ਦੀ ਸਿਆਸਤ ਦਾਖਲ ਹੋਈ, ਜਿੱਥੇ ਉਹਨਾਂ ਨੇ ਲੀਡ ਕਰਨਾ ਸੀ ਔਰ ਪੰਜਾਬ ਨੂੰ ਅਗਵਾਈ ਦੇਣ ਦੀ ਗੱਲ ਕਰਨੀ ਸੀ, ਉਹਨਾਂ ਦੇ ਪੈਰ ਥਿੜਕ ਗਏ। ਉਹ ਨੈਰੇਟਿਵ ਜਿਹਨੇ ਸਿੱਧੂ ਨੂੰ ਬਣਾਇਆ ਸਿਆਸਤ ਵਿੱਚ, ਉੱਥੋਂ ਉਹ ਉਲਝ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਰਤਾਰਿਆਂ 'ਚ ਫਸ ਗਏ। ਅਮਰਿੰਦਰ ਸਿੰਘ ਨੂੰ ਢਾਉਣ ਤੋਂ ਬਾਅਦ ਖਾਮੋਸ਼ੀ ਧਾਰਨ ਕਰਕੇ ਸਿੱਧੂ ਦਾ ਕੱਦ ਮੁੱਦਿਆਂ ਤੇ ਵੱਡਾ ਹੋ ਸਕਦਾ ਸੀ, ਲੇਕਿਨ ਕੌਣ ਕਦੇ ਬਖਸ਼ਦੇ ਵਕਤ ਕਦੇ ਨਹੀਂ ਲਿਹਾਜ਼ ਕਰਦਾ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕਰਾਂਗੇ ਤਾਂ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਵੱਡਾ ਕੱਦ ਹੈ ਅਮਰਿੰਦਰ ਸਿੰਘ ਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ। ਲੇਕਿਨ ਪਾਣੀਆਂ ਦੇ ਮਾਮਲੇ 'ਚ ਵੱਡੇ ਫੈਸਲੇ ਲੈਣ ਵਾਲਾ ਵਿਅਕਤੀ, 2 ਮੌਕਿਆਂ ਤੇ ਅਸਤੀਫੇ ਦੇਣ ਵਾਲਾ ਵਿਅਕਤੀ, ਪੰਜਾਬੀ ਮਾਨਸਿਕਤਾ ਦੇ ਵਿੱਚ ਪਲਿਆ ਗੁੜਿਆ, ਜਦੋਂ ਭੀੜ ਪਈ ਪੈਰ ਛੱਡ ਬੈਠਾ। ਅੱਜ ਦੇ ਦਿਨ 'ਚ ਕੈਪਟਨ ਅਮਰਿੰਦਰ ਸਿੰਘ ਦੇ ਪੈਂਤੜੇ ਜਿਸ ਤਰੀਕੇ ਨਾਲ ਸੱਤਾ ਤੋਂ ਬਾਹਰ ਹੋਏ, ਬੈਲੈਂਸ ਨਹੀਂ ਰੱਖ ਸਕੇ, ਪੈਰ ਉਖੜ ਗਏ, ਇਹਦੇ ਤੇ ਚਰਚਾ ਕਰਾਂਗੇ। ਤੀਜੇ ਵਿਅਕਤੀ ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਛਾਂ ਥੱਲੇ ਵੱਡਾ ਹੋਇਆ ਸੁਖਬੀਰ ਸਿੰਘ ਬਾਦਲ। ਜਦੋਂ ਕੱਲ ਚਰਨਜੀਤ ਸਿੰਘ ਚੰਨੀ ਵੱਲੋਂ 8 ਨਵੰਬਰ ਦਾ ਇਜਲਾਸ ਸਪੈਸ਼ਲ ਸੱਦਿਆ ਜਾਂਦਾ ਹੈ ਕਿ ਅਸੀਂ BSF ਦੇ ਮਾਮਲੇ 'ਚ ਕੇਂਦਰ ਦੀ ਨਾਇਨਸਾਫੀ ਖਿਲਾਫ ਮਤਾ ਲਿਆਵਾਂਗੇ ਤੇ ਅਸੀਂ ਕਿਸਾਨੀ ਮੁੱਦਿਆਂ ਦੇ ਉੱਤੇ ਮਤਾ ਲਿਆਵਾਂਗੇ ਰੱਦ ਕਰਨ ਲਈ, ਉਸੇ ਵੇਲੇ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਕਿ ਅਸੀਂ ਮਤਾ ਲਿਆ ਰਹੇ ਹਾਂ। ਇਹ ਉਸੇ ਹੀ ਤਰੀਕੇ ਦੀ ਬਚਕਾਨਾ ਅਪਰੋਚ ਹੈ ਔਰ ਖਾਸ ਤੌਰ ਤੇ ਸੋਚ ਦਾ ਦਿਵਾਲੀਆਪਣ ਹੈ। ਤੁਸੀਂ ਇਹ ਕਹਿ ਸਕਦੇ ਸੀ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਪਾਣੀਆਂ ਵਾਲੇ ਬਿੱਲ 'ਚ ਜਿਹੜੀ ਖਾਮੀ, ਕੋਈ 5 ਨੰਬਰ ਜਾਂ ਜਿਹੜੀ ਧਾਰਾ ਰਹਿ ਗਈ ਸੀ, ਦੂਜਾ ਪਾਣੀ ਵਗਦਾ ਰਹਿ ਗਿਆ ਜਿਹੜਾ, ਉਹਦੇ ਤੇ ਕਾਂਗਰਸ ਦੀਆਂ ਪੁਰਾਣੀਆਂ ਗਲਤੀਆਂ ਨੂੰ ਉਧਰਾਉਣ ਲਈ ਲਿਆਵਾਂਗੇ, ਉਹਦੀ ਬਜਾਏ ਉਹ ਲੀਕ ਪਿੱਟਣ ਵੱਲ ਗਏ। ਇਹ 3 ਮੁੱਦੇ ਕਿ ਵੱਡ ਆਕਾਰ ਵਾਲੇ ਸਿਆਸੀ ਵਿਅਕਤੀ ਸਮਾਂ ਆਉਣ ਤੇ ਉਖੜ ਗਏ, ਜਮਾ ਹੀ ਪੈਰ ਉਖੜ ਗਏ ਔਰ ਅੱਜ ਅਗਵਾਈ ਲਈ ਪੰਜਾਬ ਇੱਕ ਵੱਡੇ ਖਲਾਅ ਦੇ ਵਿੱਚ ਹੈ। ਕੋਈ ਵਿਅਕਤੀ ਪੰਜਾਬ ਨੂੰ ਅਗਵਾਈ ਦੇਣ ਲਈ ਸਮਰੱਥਾ ਦੇ ਨਾਲ ਦਾਅਵਾ ਕਰਦਾ ਨਜ਼ਰ ਨਹੀਂ ਆ ਸਕਦਾ ਉਹਦੇ ਕਿਰਦਾਰ ਦੇ ਨਜ਼ਰੀਓਂ। ਦੋਨੇ ਪ੍ਰੋਫੈਸਰ, ਦੋਨਾਂ ਨੇ ਤਾਉਮਰ ਜ਼ਿੰਦਗੀ ਭਰ ਇਹਨਾਂ ਵਰਤਾਰਿਆਂ ਨੂੰ ਦੇਖਿਆ, ਸਮਝਿਆ। ਮੈਂ ਸਭ ਤੋਂ ਪਹਿਲਾਂ ਪ੍ਰੋਫੈਸਰ ਬਲਕਾਰ ਸਿੰਘ ਵੱਲ ਜੀ ਜਾਊਂਗਾ, ਪ੍ਰੋਫੈਸਰ ਹਰੀਸ਼ ਸ਼ਰਮਾ ਜੀ ਤੋਂ ਮਾਫੀ ਮੰਗ ਕੇ। ਪ੍ਰੋਫੈਸਰ ਸਾਹਿਬ, ਨਵਜੋਤ ਸਿੰਘ ਸਿੱਧੂ ਜਦੋਂ ਤਾਜਪੋਸ਼ੀ ਪ੍ਰਧਾਨਗੀ ਦੀ ਹੁੰਦੀ ਆ ਤੇ ਉਹਨਾਂ ਦਾ ਉਹ ਭਾਸ਼ਣ ਜਿਹੜਾ ਸੰਤੁਲਨ ਗਵਾਉਣ ਵਾਲਾ ਸੀ, ਤੇ ਜਦੋਂ ਚੰਨੀ ਬਣ ਜਾਂਦੇ ਆ, ਸਿੱਧੂ ਦਾ ਉਹਨਾਂ ਨਾਲੋਂ ਅੱਡ ਹੋ ਜਾਣਾ ਛੋਟੇ ਛੋਟੇ ਮਸਲਿਆਂ ਦੇ ਉੱਤੇ, ਹਾਲਾਂਕਿ ਉਹ ਵੱਡੇ ਮੁੱਦੇ ਸੀ ਪੰਜਾਬ ਦੇ ਅੰਦਰ ਬਹਿ ਕੇ ਜ਼ਿਆਦਾ ਅੱਛੇ ਨਿਪਟਾਏ ਜਾ ਸਕਦੇ। ਤੇ ਤੀਜਾ, ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਢਾਹ ਲੈਣ ਤੋਂ ਬਾਅਦ ਫਿਰ ਅਮਰਿੰਦਰ ਦੇ ਵਰਤਾਰੇ 'ਚ ਹੀ ਉਲਝ ਕੇ ਰਹਿ ਜਾਣਾ। ਇਹਨੂੰ ਨਵਜੋਤ ਸਿੰਘ ਸਿੱਧੂ ਦੇ ਜਿਹੜਾ ਰਣਨੀਤੀਕਾਰ ਬਰਤਾਂਤ ਸੀ ਉਹਦੇ ਨਾਲੋਂ ਟੁੱਟਿਆ ਹੋਇਆ ਤੇ ਪੰਜਾਬ ਦੀ ਮਾਨਸਿਕਤਾ 'ਚ ਨਿਰਣਾਇਕ ਮੋੜ ਤੇ ਉਲਝਿਆ ਹੋਇਆ ਵਿਅਕਤੀ ਮੈਂ ਤਸਵਰ ਕਰਾਂ ਕਿ ਨਾ? ਜੇ ਮੈਂ ਗਲਤ ਹਾਂ ਤਾਂ ਮੈਨੂੰ ਦੱਸੋ।
ਨਵਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਜਿਸ ਤਰ੍ਹਾਂ ਤੁਸੀਂ ਐਕਸਪਲੇਨ ਕੀਤਾ ਉਹਦੇ ਨਾਲ ਗੱਲ ਸਾਰੀ ਸਾਹਮਣੇ ਆ ਗਈ ਹੈ ਤੇ ਇਹਦੇ ਤੇ ਇੱਕ ਸੌਖਾ ਤਰੀਕਾ ਤੇ ਆ ਤੇ ਮੈਂ ਕਹਾਂ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਕਿਉਂਕਿ ਤੁਸੀਂ ਜਦੋਂ ਕਿਹਾ ਕਿ ਪੈਰ ਉਖੜੇ ਉਖੜੇ ਨਜ਼ਰ ਆਉਂਦੇ ਨੇ ਕਿ ਇਹ ਇੱਕ ਦੇ ਨਹੀਂ ਆਉਂਦੇ। ਸਿੱਧੂ ਦਾ ਤੁਸੀਂ ਹਵਾਲਾ ਦੇ ਦਿੱਤਾ, ਅਮਰਿੰਦਰ ਸਿੰਘ ਦਾ ਹਵਾਲਾ ਦੇ ਦਿੱਤਾ, ਮੈਨੂੰ ਕੋਈ ਸਿਆਸਤ ਵਿੱਚ ਨਜ਼ਰ ਨਹੀਂ ਆ ਰਿਹਾ ਬੰਦਾ ਜਿਹੜੇ ਪੈਰ ਲੱਗੇ ਹੋਏ ਹੋਣ ਇਸ ਵੇਲੇ। ਮੇਰੀ ਪ੍ਰੋਬਲਮ ਇਹ ਹੈ ਕਿ ਮੈਨੂੰ ਐਜ਼ ਐਕਡਮਿਸ਼ਨ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਮਤਲਬ +80 ਹੋ ਗਿਆ ਤੇ ਉਹਦੇ ਵਿੱਚ ਮੈਂ ਇੰਨੀ ਕਿਓਟਿਕ ਸਿਚੁਏਸ਼ਨ ਪੰਜਾਬ ਦੀ ਕਦੇ ਨਹੀਂ ਦੇਖੀ। ਪੰਜਾਬ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਮੁੱਦਿਆਂ ਨਾਲ ਜੁੜਿਆ ਰਹਿੰਦਾ ਸੀ, ਚਿਹਰਿਆਂ ਨਾਲ ਜੁੜਿਆ ਰਹਿੰਦਾ ਸੀ। ਨਾ ਕੋਈ ਮੁੱਦਾ ਖੜ ਪਾ ਰਿਹਾ, ਨਾ ਕੋਈ ਚਿਹਰਾ ਖੜ ਪਾ ਰਿਹਾ। ਇਹ ਇੱਕ ਐਸੀ ਸਿਚੁਏਸ਼ਨ ਹੈ ਜਿਹਦੇ ਵਿੱਚ ਜਿਹੜੀ ਸਿਆਸਤਦਾਨ ਹੈ, ਜਿਹੜਾ ਲੜ ਰਿਹਾ ਹੁੰਦਾ ਰੰਧਾਵਾ ਸਾਹਿਬ, ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਕਰ ਰਿਹਾ। ਛਡਾਵਾ ਜਿਹੜਾ ਜਾਂਦਾ ਨਾ ਛਡਾਉਣ, ਉਹ ਕਈ ਵਾਰ ਕੁੱਟਿਆ ਜਾਂਦਾ ਹੈ। ਤੁਹਾਡੀ ਹਾਲਤ ਤੇ ਮੇਰੀ ਹਾਲਤ ਅੱਜ ਇਹ ਹੈ ਵੀ ਅਸੀਂ ਜਿਹੜੀ ਗੱਲ ਕਵਾਂਗੇ ਇਹ ਇੰਨੇ ਉਲਝੇ ਹੋਏ ਨੇ ਵੀ ਉਸ ਗੱਲ ਨੂੰ ਲੈ ਕੇ ਤਾਂ ਤੁਰੇ ਫਿਰਨਗੇ, ਆਪਣੀ ਗੱਲ ਕਦੇ ਨਹੀਂ ਦੱਸਣਗੇ। ਹੁਣ ਮੈਂ ਇਸ ਗੱਲ ਤੇ ਬੜਾ ਹੈਰਾਨ ਹਾਂ ਕਿ ਇੱਕ ਬੜੀ ਮਤਲਬ ਮੈਨੂੰ ਇਹ ਪਤਾ ਹੈ ਇਸ ਗੱਲ ਦਾ, ਕੁਝ ਗੱਲਾਂ ਜਿਹੜੀਆਂ ਕਲੀਅਰ ਨੇ ਉਹ ਵੀ ਦੇਖੋ ਕੀ ਹੋ ਜਾਂਦੀਆਂ ਨੇ। ਮੈਂ ਕਦੇ ਕਦੇ ਮਤਲਬ ਸਾਰੀ ਦੁਨੀਆ ਨੂੰ ਪਤਾ ਹੈ ਕਿ ਮੈਂ ਅਮਰਿੰਦਰ ਸਿੰਘ ਹੱਕ ਕੇ ਚਲਾ ਜਾਣਾ ਹੁੰਦਾ, ਪਰ ਸਾਰੀ ਦੁਨੀਆ ਨੂੰ ਇਹ ਵੀ ਪਤਾ ਹੈ ਕਿ ਪੰਜਾਬ ਵਿੱਚ ਬੀਜੇਪੀ ਨੂੰ ਕੋਈ ਚਿਮਟੇ ਨਾ ਚੁੱਕਣ ਨੂੰ ਤਿਆਰ ਨਹੀਂ। ਮੈਂ ਉਹਦਾ ਹਮਦਰਦ ਹੋਣ ਦੇ ਨਾਤੇ ਪੁੱਛਣਾ ਚਾਹਨਾ ਉਹਨਾਂ ਨੂੰ ਵੀ ਜਿਹੜਾ ਉਹ ਬੀਜੇਪੀ ਵੱਲੋਂ ਭੱਜੇ ਜਾਂਦੇ ਨੇ ਉਹ ਕੀ ਕੱਢ ਲੈਣਗੇ। ਸਾਰੀ ਬੀਜੇਪੀ ਜੇ ਅਮਰਿੰਦਰ ਦੇ ਨਾਲ ਵੀ ਲੱਗ ਜਾਏ ਤੇ ਪੰਜਾਬ ਵਿੱਚ ਉਹਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ ਉਹਦਾ, ਇਹ ਮੈਂ ਮੰਨ ਕੇ ਤੁਰਦਾ। ਇਸੇ ਕਰਕੇ ਮੈਂ ਸਮਝਦਾ ਇਹ ਆ ਕਿ ਉਹ ਆਪਣੇ ਰਾਹ ਭੱਜੇ ਜਾ ਰਹੇ ਨੇ ਅਮਰਿੰਦਰ ਸਿੰਘ ਹੋਣੀ ਤੇ ਸਿੱਧੂ ਹੋਣੀ ਜਿਹੜੇ ਨੇ ਉਹਨਾਂ ਦਾ ਰਾਹ ਸਿੱਧਾ ਹੀ ਹੈ। ਮੈਂ ਉਹਨਾਂ ਨੂੰ ਪੋਲੀਟੀਸ਼ੀਅਨ ਨਹੀਂ ਮੰਨਦਾ, ਉਹ ਇੱਕ ਇਮੋਸ਼ਨਲ ਲਾਟ ਹੈ। ਭਗਵੰਤ ਮਾਨ ਹੈ, ਇਹ ਹੈ, ਇਹ ਇਕੱਠ ਕਰ ਸਕਦੇ ਨੇ, ਇਕੱਠ ਨੂੰ ਮੇਨਟੇਨ ਕਰ ਸਕਦੇ ਨੇ, ਇਕੱਠ ਦਾ ਜੀ ਲਵਾ ਸਕਦੇ ਨੇ, ਪਰ ਉਹਦੇ ਵਿੱਚ ਕੋਈ ਮੁੱਦਾ ਨਹੀਂ ਵਾਰ ਸਕਦੇ। ਕਿਉਂਕਿ ਜਦੋਂ ਇਹਨਾਂ ਦੀ ਗੱਲਾਂ ਸੁਣਦੇ ਹੋ, ਚਲੋ ਉਹਦੇ ਬਾਰੇ ਬਹੁਤਾ ਨਹੀਂ ਜਾਣਾ ਚਾਹੁੰਦਾ। ਮੈਂ ਇਹ ਕਹਿਣਾ ਇਹ ਚਾਹੁੰਦਾ ਕਿ ਮੁੱਦਿਆਂ ਤੋਂ ਜਿਵੇਂ ਇਸ ਵੇਲੇ ਸਿਆਸਤ ਭਟਕ ਗਈ ਆ ਰੰਧਾਵਾ ਸਾਹਿਬ, ਉਸ ਭਟਕੀ ਹੋਈ ਸਿਆਸਤ ਵਿੱਚ ਅਸੀਂ ਉਹਨੂੰ ਵੇਖਦੇ ਰਹੇ ਹਾਂ। ਉਹਨੂੰ ਆਮ ਵੋਟਰ ਨੂੰ ਹੰਡਾਉਣਾ ਵੀ ਪੈਣਾ ਉਹਨੂੰ। ਮਤਲਬ ਜੇ ਤੁਸੀਂ ਮੈਨੂੰ ਆਗਿਆ ਦਿਓ ਤੇ ਮੈਂ ਇਹ ਗੱਲ ਤੇ ਜਿਹੜੇ ਐਕਸਪਲੇਨ ਕਰਦੇ ਆ। ਇੱਕ ਵਾਰ ਮੈਨੂੰ ਅੱਜ ਹੀ ਨਾ ਸੰਧੂ ਸਾਹਿਬ ਮਤਲਬ ਜਸਦੇਵ ਸਿੰਘ ਸੰਧੂ ਬੜੇ ਮਤਲਬ ਗੁਲਜ਼ਾਰ ਸਿੰਘ ਸੰਧੂ ਸੱਚ, ਉਹ ਕਦੇ ਕਦੇ ਮਤਲਬ ਲਿਖਦੇ ਹੁੰਦੇ ਨੇ ਤੇ ਉਹਨਾਂ ਨੇ ਐਤਕਾਂ ਜਿਹੜਾ ਲਿਖਿਆ ਹੋਇਆ ਨਾ ਨਿੱਕ ਸੁੱਖ ਦੇ ਵਿੱਚ, ਉਹਦੇ 'ਚ ਇੱਕ ਸ਼ੇਅਰ ਦਿੱਤਾ ਹੋਇਆ, ਉਹਦੀ ਮੈਂ 2 ਲਾਈਨਾਂ ਤੁਹਾਨੂੰ ਸੁਣਾ ਦੇਣਾ। ਉਹ ਕਹਿੰਦਾ ਤੇਰੀਆਂ ਸਭੇ ਗੱਲਾਂ ਬਾਤਾਂ ਹੁਣ ਮੈਂ ਖੂਬ ਪਛਾਣ ਗਈ ਹਾਂ। ਇਹ ਹੋ ਗਿਆ ਨਾ, ਇਹ ਵੋਟਰ ਦਾ ਹਾਲ ਹੈ। ਮੈਂ ਵੋਟਰ ਦੇ ਹਿਸਾਬ ਤੇ ਲਾਤੀ, ਉਹਨਾਂ ਨੇ ਆਪਣੇ ਹੋਰ ਹੋਈ ਹੈ। ਪਰ ਦੂਜੀ ਗੱਲ ਇਹ ਆ ਵਿੱਚ ਕਿ ਇਹ ਅਸਮਾਨ ਹੈ ਸਾਰਾ ਭਰਿਆ ਹੋਇਆ ਤਾਰਿਆਂ ਦਾ ਜੀ, ਆਪਣੀ ਕਿਸਮਤ ਉੱਤੇ ਫਿਰ ਵੀ ਛਾਏ ਘੋ ਹਨੇਰੇ ਨੇ। ਯਾਰ ਇਹ ਹਾਲ ਹੈ। ਜਿਹੜਾ ਵੋਟਰ ਹੈ ਨਾ, ਮੈਨੂੰ ਉਹਦੇ ਤੇ ਮੇਰੀ ਹਮਦਰਦੀ ਉਹਦੇ ਨਾਲ ਹੈ। ਹੁਣ ਸਿਆਸਤਦਾਨ ਆਪਾਂ ਇੱਥੇ ਤੁਹਾਡੀ ਇਸੇ ਗੱਲ ਤੇ ਟਿੱਪਣੀ ਪ੍ਰੋਫੈਸਰ ਹਰੀਸ਼ ਸ਼ਰਮਾ ਜੀ ਤੋਂ ਲੈ ਲੈਂਦੇ ਆ। ਪ੍ਰੋਫੈਸਰ ਸਾਹਿਬ, ਤੁਸੀਂ ਵੀ ਸਾਰੇ ਵਾਪਰਦੇ ਦ੍ਰਿਸ਼ਾਂ ਦੇ ਇੱਕ ਹਿੱਸੇ ਵਜੋਂ ਅੱਗੇ ਵਧ ਰਹੇ ਹੋ ਮੇਰੇ ਵਾਂਗ, ਤੇ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਜਿਹੜੇ ਬਹੁਤ ਵੱਡੀਆਂ ਹਸਤੀਆਂ ਸੀ ਉਹ ਬੌਣੇ ਕਿਉਂ ਦਿਸਦੇ ਪਏ, ਜਿਨ੍ਹਾਂ ਨੇ ਲੀਡ ਕਰਨਾ ਸੀ ਉਹ ਗਵਾਚ ਕਿਉਂ ਗਏ? ਕੈਪਟਨ ਅਮਰਿੰਦਰ ਸਿੰਘ ਉਮਰ ਦੇ ਇਸ ਪੜਾਅ ਤੇ ਜਦੋਂ ਉਹਨਾਂ ਨੇ ਬਹੁਤ ਮੰਝੇ ਹੋਏ ਪੋਲੀਟੀਸ਼ੀਅਨ ਵਾਂਗ ਵਿਹਾਰ ਕਰਨਾ ਸੀ, ਉਹ ਵਕਤੀ ਉਲਝਣਾ ਦੇ ਵਿੱਚ ਉਲਝ ਕੇ ਤੇ ਇੱਕ ਗਲਤ ਦਿਸ਼ਾ ਵੱਲ ਵਹਿ ਰਹੇ ਆ। ਪੰਜਾਬ ਦੇ ਲੋਕ ਕਹਿ ਰਹੇ ਆ ਕੱਲ ਨੂੰ ਉਹ ਕੱਢ ਕੇ ਕੁਝ ਲੈ ਆਉਂਦੇ ਤੇ ਗੱਲ ਵੱਖਰੀ। ਅੱਜ ਸਵੇਰੇ ਦਿਲ ਦਹਿਲਾਉਣ ਵਾਲੀਆਂ ਖਬਰਾਂ ਨੇ ਕਿ ਟਿਕਰੀ ਬਾਰਡਰ ਦੇ ਉੱਤੇ 3 ਔਰਤਾਂ ਰਾਤ ਸੁੱਤੀਆਂ ਪਈਆਂ ਸੀ। ਉਹ ਸਮਾਨ ਬੰਨ ਕੇ ਸੁੱਤੀਆਂ ਸੀ ਕਿ ਸਵੇਰੇ ਪਿੰਡਾਂ ਨੂੰ ਤੁਰਨਾ। ਮਾਨਸੇ ਵੱਲ ਦੀਆਂ ਰਾਤ ਇੱਕ ਟਿੱਪਰ ਇੱਕ ਟਰੱਕ ਉੱਪਰ ਚੜ ਗਿਆ, ਫੁੱਟਪਾਥ ਤੇ ਦਰੜ ਗਿਆ। ਇਹ ਹੋਣੀ ਮੇਰੇ ਪੰਜਾਬ ਦੀ ਆ, ਇਹ ਸਾਡੇ ਕਿਸਾਨ ਦੀ ਆ, ਇਹ ਸਾਲ ਵਾਂਗੂ ਬੈਠੇ ਸੜਕਾਂ ਤੇ ਲੋਕਾਂ ਦੀ ਆ। ਉਹਨਾਂ ਦੇ ਵੀ ਧੀਆਂ ਪੁੱਤ ਆ, ਉਹਨਾਂ ਦੇ ਵੀ ਆਪਣੇ ਸਾਰੇ, ਉਹਨਾਂ ਦਾ ਦੁੱਖ ਕੌਣ ਪਛਾਣੂਗਾ? ਕੈਪਟਨ ਅਮਰਿੰਦਰ ਸਿੰਘ ਜੇ ਕੋ ਕੱਢ ਲਿਆਉਣ ਤੇ ਗੱਲ ਵੱਖਰੀ ਆ, ਨਹੀਂ ਤੇ ਮੇਰੇ ਦੇਸ਼ ਦੇ ਹਾਕਮ ਨੂੰ ਕੋਈ ਸਮਝਾਵੇ। ਉਹ ਇੱਥੇ ਵੈਣਾ ਦੇ ਕੌਣ ਮਿਣਤੀਆਂ ਕਰੇ ਕਿ ਕਿੱਥੋਂ ਤੱਕ ਹੂਕ ਜਾਂਦੀ ਆ। ਕੀ ਕਹਿੰਦੇ ਹੋ ਪ੍ਰੋਫੈਸਰ ਸਾਹਿਬ? ਬਹੁਤ ਬਹੁਤ ਸ਼ੁਕਰੀਆ ਰੰਧਾਵਾ ਸਾਹਿਬ। ਪਹਿਲੀ ਗੱਲ ਤੇ ਹੈ ਕਿ ਜਿਹੜੀ ਗੱਲ ਡਾਕਟਰ ਬਲਕਾਰ ਸਿੰਘ ਨੇ ਕਹੀ ਹੈ, ਉਹ ਗੱਲ ਦੇ ਉੱਤੇ
ਮੈਂ ਬਿਲਕੁਲ ਉਹਦੇ ਨਾਲ ਸਹਿਮਤ ਹਾਂ, ਉਹ 'ਚ ਕੋਈ ਦੋ ਰਾਮ ਨਹੀਂ ਹੈ। ਪਰ ਇਹਨੂੰ ਸਾਰੀ ਸਿਚੁਏਸ਼ਨ ਨੂੰ, ਜਿਹੜੀ ਅੱਜ ਦੀ ਸਿਚੁਏਸ਼ਨ ਹੈ, ਜੀ ਇਹਨੂੰ ਮੈਂ ਬਿਆਨ ਕਰਨਾ ਚਾਹਾਂਗਾ। ਇੱਕ ਜਿਹੜਾ ਪੰਜਾਬੀ ਦੀ ਬਹੁਤ ਪੁਰਾਣੀ ਕਹਾਵਤ ਹੈ, ਤਾਲੋਂ ਖੁੱਤੀ ਡੂਮਣੀ ਨਾਚੇ ਤਾਲ ਬੇਤਾਲ। ਜੀ ਇਸ ਵੇਲੇ ਪੰਜਾਬ ਦੇ ਜਿੰਨੇ ਵੀ ਕਦਾਵਰ ਨੇਤਾ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਆਪਣੀ ਜ਼ਮੀਨ ਤੋਂ ਉਖੜ ਚੁੱਕੇ ਨੇ, ਉਹ ਇਹ ਵਾਕਈ ਹਾਲ ਇਹਨਾਂ ਦਾ ਉਹ ਹੈ ਜਿਹੜਾ ਕਿ ਉਸ ਡੂਮਣੀ ਦਾ ਸੀ, ਜਿਹੜੀ ਆਪਣੀ ਤਾਲ ਤੋਂ ਬੇਤਾਲ ਹੋ ਗਈ। ਜਿਹੜੀ ਤਰਾਸਦੀ ਤੁਸੀਂ ਬਿਆਨ ਕੀਤਾ, ਉਹ ਤਰਾਸਦੀ ਅੱਜ ਦੀ ਨਹੀਂ ਹੈ, ਉਹ ਤਰਾਸਦੀ ਸਾਡੀ ਬੜੀ ਪੁਰਾਣੀ ਚੱਲੀ ਆ ਰਹੀ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਟਰੱਕਾਂ ਥੱਲੇ ਦਰੜੀਆਂ ਜਾ ਰਹੀਆਂ ਨੇ, ਜਾਂ ਕਿਸਾਨ ਜਿਹੜਾ ਹੈ ਦਰੜਿਆ ਜਾ ਰਿਹਾ ਹੈ। ਉਹ ਪੰਜਾਬ ਦੀ ਤਰਾਸਦੀ ਹੈ। ਔਰ ਇਸ ਤਰਾਸਦੀ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਹੈ, ਉਹਨੇ ਉਸ ਪੋਲਿਟਿਕਸ ਨੂੰ ਬਿਲਕੁਲ ਡੀਰੇਲ ਕਰਨ ਵਾਸਤੇ ਇੱਕ ਨਵਾਂ ਪੈਂਤੜਾ ਜਿਹੜਾ ਹੈ ਉਹ ਅਪਣਾਇਆ। ਉਹ ਸੀ BSF ਦਾ ਦਾਇਰਾ, ਜਿਹੜਾ 50 ਕਿਲੋਮੀਟਰ ਤੱਕ ਕਰਨਾ। ਉਹਦੇ ਨਾਲ ਪੰਜਾਬ ਦਾ ਜਿਹੜਾ ਸਾਰਾ ਰਾਜਨੀਤੀ ਦਾ ਨੈਰੇਟਿਵ ਹੈ, ਉਹ ਉਹਨਾਂ ਨੇ ਬਦਲ ਕੇ ਰੱਖ ਦਿੱਤਾ। ਅਸੀਂ ਇਹ ਗੱਲ ਜਿਹੜੀ ਹੈ ਕਈ ਵਾਰੀ ਆਪਣੇ ਗੱਲਾਂ ਬਾਤਾਂ ਦੇ ਵਿੱਚ ਓਲੇ ਕਰ ਦਿੰਦੇ ਹਾਂ, ਪਰ ਇਹ ਸਾਰਾ ਜਿਹੜਾ ਹੈ ਇਸ ਵੇਲੇ ਦਾ ਜਿਹੜਾ ਅੱਜ ਦੀ ਜਿਹੜੀ ਸਿਚੁਏਸ਼ਨ ਹੈ, ਉਹਦੇ ਜ਼ਿੰਮੇਵਾਰ ਤੇ ਉਹ ਹੈ। ਅਗਲੀ ਗੱਲ ਇਹ ਹੈ ਕਿ ਜਿਹੜੇ ਅਸਲੀ ਮੁੱਦੇ ਨੇ ਪੰਜਾਬ ਦੇ, ਉਹ ਅਸਲੀ ਮੁੱਦੇ ਤੇ ਕਿਸਾਨੀ ਦੇ ਨਾਲ ਹੀ ਜੁੜੇ ਨੇ। ਔਰ ਉਹ ਕਿਸਾਨੀ ਦੇ ਮੁੱਦਿਆਂ ਦਾ ਕੋਈ ਵੀ ਹੱਲ ਜਿਹੜਾ ਅੱਜ ਤੱਕ ਇਸ ਵੇਲੇ ਤੱਕ ਨਜ਼ਰ ਨਹੀਂ ਆਉਂਦਾ ਪਿਆ। ਜੇ ਕੋਈ ਬੈਕਗਰਾਉਂਡ ਦੇ ਵਿੱਚ ਕੋਈ ਕੰਮ ਕਰਦਾ ਹੋਵੇ ਤਾਂ ਉਹਦਾ ਕੋਈ ਪਤਾ ਕੋਈ ਨਹੀਂ। ਜਿਹੜੀ ਅਮਰਿੰਦਰ ਸਿੰਘ ਹਰਾਂ ਨੇ ਸਿਆਸਤ ਚੁਣੀ, ਉਹਦੇ ਵਿੱਚ ਇਹ ਸੀ ਕਿ ਅਕਾਲੀਆਂ ਕੋਲ ਵੀ ਆਪਣਾ ਕਾਡਰ ਹੈ, ਕਾਂਗਰਸ ਦਾ ਵੀ ਆਪਣਾ ਕਾਡਰ ਹੈ, ਬੇਸ਼ੱਕ ਉਹ ਬਿਖਰਿਆ ਹੋਇਆ ਸੀ, ਲੇਕਿਨ ਆਪ ਦਾ ਕੋਈ ਕਾਡਰ ਨਹੀਂ। ਅਸੀਂ ਆਪ ਨੂੰ ਵੀ ਇਹਦੇ ਵਿੱਚੋਂ ਜਿਹੜਾ ਹੁਣ ਤੱਕ ਦਾ ਤੁਸੀਂ ਨੈਰੇਟਿਵ ਦਿੱਤਾ ਹੈ, ਉਹਦੇ ਵਿੱਚ ਆਪ ਵੀ ਮਾਈਨਸ ਕੀਤੀ ਹੈ ਤੁਸੀਂ। ਪਰ ਆਪ ਦਾ ਕਾਡਰ ਕੋਈ ਨਹੀਂ ਹੈ, ਆਪ ਦੀ ਇੱਕ ਇਮੇਜ ਹੀ ਬਣੀ ਹੋਈ ਹੈ। ਅਮਰਿੰਦਰ ਸਿੰਘ ਦੀ ਕੈਲਕੂਲੇਸ਼ਨ, ਮੈਨੂੰ ਇਹ ਲੱਗਦਾ ਹੈ, ਜੇ ਬਲਕਾਰ ਸਿੰਘ ਹਰੀ ਇਸ ਨਾਲ ਸਹਿਮਤ ਹੋਣ ਵੱਖਰੀ, ਅਸਹਿਮਤ ਹੋਣ ਵੱਖਰੀ ਗੱਲ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਦੇ ਵਿੱਚ ਇੱਕੋ ਹੀ ਕੈਲਕੂਲੇਸ਼ਨ ਸੀ ਕਿ ਉਹ ਬੀਜੇਪੀ ਦਾ ਕਾਡਰ ਜਿਹੜਾ ਹੈ ਉਹ ਯੂਜ਼ ਕਰਨਾ ਚਾਹੁੰਦੇ ਨੇ, ਜਾਂ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਉਣਾ ਚਾਹੁੰਦੀ ਹੈ। ਮਤਲਬ ਕੈਪਟਨ ਸਾਹਿਬ ਨੂੰ ਉਹਨਾਂ ਦੇ ਸਰੋਤ ਚਾਹੀਦੇ ਆ ਤੇ ਉਹਨਾਂ ਦਾ ਢਾਂਚਾ ਚਾਹੀਦਾ, ਤੇ ਕੇਂਦਰ ਵਾਲੀ ਸਰਕਾਰ ਨਾਲ ਸਾਥ ਦੇਵੇ ਤੇ ਉਹ ਲੜਾਈ ਦੇ ਵਿੱਚ ਦਿਸ ਜਾਣ ਪ੍ਰੋਪਰ। ਐਬਸੋਲੂਟਲੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਬੀਜੇਪੀ ਦੇ ਨਾਲ ਅੰਡਰਸਟੈਂਡਿੰਗ ਹੈ, ਕੋਈ ਲੁਕੀ ਛਿਪੀ ਨਹੀਂ ਹੈ। ਉਹ ਅੱਜ ਤੋਂ ਪਹਿਲੇ ਵੀ ਸੀ ਔਰ ਅੱਜ ਜਿਹੜੀ ਹੈ ਬਿਲਕੁਲ ਸਾਹਮਣੇ ਆ ਗਈ ਹੈ, ਕਿਉਂਕਿ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਲੈ ਦੇ ਕੇ ਚੱਲਦੇ ਰਹੇ ਨੇ, ਇੱਕ ਦੂਜੇ ਨੂੰ ਪਾਸ ਦੇ ਕੇ ਚੱਲਦੇ ਰਹੇ ਨੇ। ਔਰ ਇਸ ਕਰਕੇ ਇਹਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਦੀ ਜੇ ਸਿਆਸਤ ਦੇਖੀਏ, ਕਿਉਂਕਿ ਬੀਜੇਪੀ ਦਾ ਆਪਣਾ ਕੁਝ ਨਹੀਂ ਤੇ ਬੀਜੇਪੀ ਦਾ ਕਾਡਰ ਇੰਟੈਕਟ ਬਿਲਕੁਲ ਜ਼ਰੂਰ ਹੈ। ਸੋ ਉਸ ਕਾਡਰ ਨੂੰ ਉਹ ਯੂਜ਼ ਕਰਕੇ, ਉਸ ਕਾਡਰ ਦੀ ਸਪੋਰਟ ਦੇ ਨਾਲ ਉਹ ਕੁਝ ਕਰਨਾ ਚਾਹੁੰਦੇ। ਇਹ ਗੱਲ ਸਾਨੂੰ ਭੁੱਲਣੀ ਨਹੀਂ ਚਾਹੀਦੀ ਜੀ, ਕਿਉਂਕਿ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚੋਂ ਸਪੋਰਟ ਲੈਣ ਜਾਂ ਨਾ ਲੈਣ ਉਹ ਵੱਖਰੀ ਗੱਲ ਹੈ, ਬੀਜੇਪੀ ਦੇ ਵਿੱਚੋਂ ਉਹਨਾਂ ਨੂੰ ਸਪੋਰਟ ਡੈਫੀਨੇਟਲੀ ਮਿਲ ਜਾਣੀ ਹੈ। ਇਹ ਕੋਸ਼ਿਸ਼ ਜਿਹੜੀ ਹੈ ਇਹ ਸੁਖਬੀਰ ਬਾਦਲ ਨੇ ਵੀ ਕੀਤੀ ਹੈ ਕਿ ਜਿਹੜੇ ਬੀਜੇਪੀ ਦੇ ਡਿਸਗਰੰਟਲਡ ਨੇਤਾ ਸਨ, ਜਿਸ ਤਰ੍ਹਾਂ ਅਨਿਲ ਜੋਸ਼ੀ ਵਗੈਰਾ ਸਨ, ਉਹਨਾਂ ਨੂੰ ਆਪਣੇ ਨਾਲ ਰਲਾ ਕੇ ਇਹ ਕੋਸ਼ਿਸ਼ ਜ਼ਰੂਰ ਕੀਤੀ ਹੈ। ਉਹ ਕਿੱਥੋਂ ਤੱਕ ਕਾਮਯਾਬ ਹੁੰਦੇ ਨੇ ਇਹ ਅਗਲੀ ਗੱਲ ਹੈ। ਪਰ ਇਸ ਵੇਲੇ ਜਿਹੜਾ ਟਾਰਗੇਟ ਹੈ, ਕਿਉਂਕਿ ਬੀਜੇਪੀ ਦੀ ਆਪਣੀ ਜ਼ਮੀਨ ਕੋਈ ਨਹੀਂ ਹੈ, ਉਹਦਾ ਕਾਡਰ ਇਸਤੇਮਾਲ ਕੀਤਾ ਜਾ, ਉਹ ਅਕਾਲੀਆਂ ਦੀ ਵੀ ਇਹੋ ਦੌੜ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਹੋ ਦੌੜ ਹੈ। ਮੇਰਾ ਤੇ ਰਿਐਕਸ਼ਨ ਇਹਦੇ ਪਰ ਮੈਂ ਪ੍ਰੋਫੈਸਰ ਸਾਹਿਬ, ਕਿਉਂਕਿ ਜੋ ਸਮਝ ਰਿਹਾ, ਦੇਖੋ ਅਸੀਂ ਕਰ ਰਹੇ ਹਾਂ ਵਿਅਕਤੀਆਂ ਦੀ ਗੱਲ ਜਿਹੜੇ ਵੱਡੇ ਨੇ, ਲੇਕਿਨ ਜਦੋਂ ਨਿਰਣਾਇਕ ਮੋੜ ਤੇ ਖੜੇ ਹੋਣ ਤੇ ਉੱਥੇ ਉਲਝ ਜਾਣ ਜਾਂ ਉਹ ਆਪਣੇ ਪੈਰ ਛੱਡ ਦੇਣ ਜਾਂ ਉਖੜ ਜਾਣ, ਇਹ ਸਿਆਸਤ ਤੇ ਹੈ। ਹੁਣ ਇਹਦੇ ਚ ਮੈਂ ਜ਼ਰੂਰ ਇਹ ਗੱਲ ਕਹੂੰਗਾ ਕਿ ਜਿਹੜੀ ਹਿੰਦੂ ਵੋਟ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਨਾਲ ਦੇਸ਼ ਪੱਧਰ ਦੇ ਉੱਤੇ ਕਾਫੀ ਪ੍ਰਤੀਸ਼ਤ ਖੜੀ ਹੈ, ਉਹਨਾਂ ਦੇ ਸਿਰ ਤੇ ਰਾਜ ਭਾਗ ਚੱਲਦਾ ਹੈ, ਇਹਨੂੰ ਅਸੀਂ ਨਾ ਨਹੀਂ ਕਰ ਸਕਦੇ। ਲੇਕਿਨ ਇਹ ਕੰਸੋਲੀਡੇਟ ਪੰਜਾਬ ਦੇ ਵਿੱਚ ਉਹਨਾਂ ਨਾਲ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਇਹ ਦੇਖਣਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਤੇ ਜਿਹੜੀ ਸਥਾਨਕ ਸੁਰੱਖਿਆ ਇਹਦੇ ਨਾਂ ਤੇ ਮਿਲਦੀ ਕਿ ਨਹੀਂ, ਇਹ ਇੱਕ ਪਹਿਲੂ ਆ। ਲੇਕਿਨ ਇਸ ਤੋਂ ਵੀ ਅਗਲਾ ਪਹਿਲੂ ਪ੍ਰੋਫੈਸਰ ਬਲਕਾਰ ਸਿੰਘ, ਜਦੋਂ ਕੱਲ ਮਨਪ੍ਰੀਤ ਬਾਦਲ ਇਹ ਗੱਲ ਆਖਦੇ ਆ, ਮਨਪ੍ਰੀਤ ਬਾਦਲ ਬੜੀ
ਠੰਡੀ ਸਿਆਸਤ ਤੇ ਬੜੀ ਤੇਜ਼ ਸਿਆਸਤ ਕਰ ਰਹੇ ਆ। ਉਹਨਾਂ ਨੇ ਪੂਰੀ ਦੀ ਪੂਰੀ ਚੰਨੀ ਸਰਕਾਰ ਨੂੰ ਆਪਣੇ ਢੰਗ ਨਾਲ ਡਿਕਟੇਟ ਕੀਤਾ ਹੁਣ ਤੱਕ ਜੋ ਦਿਸਦਾ ਪਿਆ। ਔਰ ਨਵਜੋਤ ਸਿੰਘ ਸਿੱਧੂ ਨੂੰ ਖੂੰਜੇ ਲਾਉਣ 'ਚ ਮਨਪ੍ਰੀਤ ਬਾਦਲ ਦੀ ਭੂਮਿਕਾ ਵੱਡੀ ਹੋਈ ਹੈ। ਉਹਦੇ 'ਚ ਸੁਖਜਿੰਦਰ ਸਿੰਘ ਰੰਧਾਵਾ ਵੀ ਕਾਰਨਰ ਨੇ ਹੈਗੇ। ਜੇਕਰ ਤੁਸੀਂ ਉਹਨਾਂ ਦੀਆਂ ਬਦਲੀਆਂ ਪੁਲਿਸ ਦੀਆਂ ਤੇ ਬਾਕੀ ਚੀਜ਼ਾਂ ਨੂੰ ਛੱਡ ਦਿਓ, ਸੁਖਜਿੰਦਰ ਸਿੰਘ ਰੰਧਾਵਾ ਦੀ ਭੂਮਿਕਾ ਵੀ ਬਹੁਤ ਵੱਡੀ ਦਿਸ ਨਹੀਂ ਰਹੀ। ਹੁਣ ਇਹੀ 5 ਲੋਕ ਸੀ ਪੰਜਾਬ ਦੀ ਪੋਲਿਟਿਕਸ ਵਿੱਚ। ਭਗਵੰਤ ਮਾਨ ਨੂੰ ਪਾਸੇ ਰੱਖ ਲਈਏ, ਕੈਪਟਨ ਅਮਰਿੰਦਰ, ਨਵਜੋਤ ਸਿੰਘ ਸਿੱਧੂ, ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਰੰਧਾਵਾ। ਜਦੋਂ ਮਨਪ੍ਰੀਤ ਬਾਦਲ ਇਹ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਕੱਲੇ ਆਜ਼ਾਦ ਭਾਰਤ 'ਚ ਪੈਦਾ ਹੋਇਆ, ਬਾਕੀ ਦੋਨੇ ਰਾਦਰ ਤਿੰਨਾਂ ਦਾ ਨਾਂ ਲੈਂਦੇ। ਉਹ ਬਾਦਲ ਨੂੰ ਵੀ ਕਹਿੰਦੇ, ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹਦੇ ਸਿਰ ਤੇ ਉਹਨਾਂ ਦੀ ਸਿਆਸਤ ਸਾਰੀ ਉਮਰ ਚੱਲੀ, ਗਿੱਦੜਬਾਏ ਤੋਂ ਲੈ ਕੇ ਹੁਣ ਤੱਕ ਮਨਪ੍ਰੀਤ ਬਾਦਲ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਆ। ਔਰ ਦੂਜੇ ਬੰਨੇ ਉਹ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ, ਦਿਲ ਨਾਲ ਲਾ ਕੇ ਰੱਖਿਆ 4.5 ਸਾਲ। ਉਹਨਾਂ ਦੇ ਬਾਰੇ 'ਚ ਵੀ ਇਹ ਟਿੱਪਣੀ ਹੈ। ਤੇ ਤੀਜੇ ਰਜਿੰਦਰ ਕੌਰ ਭੱਠਲ ਬਾਰੇ ਕਿ ਇਹ ਪੁਰਾਣੇ ਦੌਰ ਨੇ, ਇਹ ਆਜ਼ਾਦੀ ਤੋਂ ਪਹਿਲਾਂ ਜੰਮਿਆ, ਇਹਨਾਂ ਦੀ ਸੋਚ ਸਟਰਕ ਹੋ ਗਈ। ਇਹ ਕਹਿੰਦੇ ਤਾਂ ਨਹੀਂ, ਪਰ ਉਹ ਕਹਿੰਦੇ ਕਿ ਨਵੀਂ ਸੋਚ ਆ ਚਰਨਜੀਤ ਸਿੰਘ ਚੰਨੀ ਦੀ, ਇਹ ਮੌਕਾ ਪ੍ਰਸਤੀ ਆ। ਇਹ ਮਨਪ੍ਰੀਤ ਸਿੰਘ, ਇਹ ਵੀ ਪੈਰ ਉਖੜੇ ਲੱਗਦੇ ਆ ਕਿ ਸਿਧਾਂਤ ਤੋਂ ਪਰੇ ਜਾ ਕੇ ਗੱਲ ਤੋਰਨੀ। ਮੈਂ ਇਹ ਪੁੱਛਣਾ ਹੈ ਤੁਹਾਨੂੰ ਕਿ ਵਿਅਕਤੀਆਂ ਦੇ ਨਜ਼ਰੀਓਂ ਮੌਜੂਦਾ ਸਰਕਾਰ ਦੇ ਵਿੱਚ ਜਿਹੜੀ ਲੜਾਈ ਸੱਤਾ 'ਚ ਵਾਪਸ ਆਉਣ ਦੀ ਹੋਣੀ ਸੀ, ਉਹ ਘਰ ਦੇ ਮਸਲੇ ਨਜਿੱਠਣ ਦੀ ਆ, ਉਹ ਅਕਸ ਬਚਾਉਣ ਦੀ ਆ। ਉਹ ਕੈਪਟਨ ਅਮਰਿੰਦਰ ਸਿੰਘ ਨੂੰ ਲਾ ਕੇ ਆਪਣੇ ਉਸ ਅਕਸ ਨੂੰ, ਜਿਹੜਾ ਅਕਸ ਉਹ ਲਾਉਣ ਲਈ ਵਰਤਦੇ ਰਹੇ ਆ ਕਿ ਇਹ ਕੱਖ ਨਹੀਂ ਕਰ ਸਕਦਾ, ਅਸੀਂ ਕਰਕੇ ਦੱਸਾਂਗੇ, ਉਹਨੂੰ ਬਚਾਉਣ ਲਈ ਲੜ ਰਹੇ ਆ। ਪੈਰ ਉਹਨਾਂ ਦੇ ਵੀ ਉਖੜੇ ਹੋਏ ਆ। ਮਨਪ੍ਰੀਤ ਬਾਦਲ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਕੀ ਕਹਿੰਦੇ? ਮੈਨੂੰ ਕਿਹਾ ਪੁੱਛਿਆ ਤੁਸੀਂ? ਹਾਂਜੀ, ਤੁਹਾਨੂੰ ਅਸੀਂ ਪ੍ਰੋਫੈਸਰ ਸਾਹਿਬ ਵਾਲੇ ਹੀ ਸਵਾਲ ਲੈ ਜਾਾਂਗੇ ਜੀ। ਰੰਧਾਵਾ ਸਾਹਿਬ, ਮੈਂ ਤੇ ਤੁਹਾਡੇ ਨਾਲ ਮੈਨੂੰ ਕਿਸੇ ਗੱਲ ਤੇ ਕੋਈ ਇਖਤਲਾਫ ਨਹੀਂ ਹੈ, ਪਰ ਤੁਸੀਂ ਜਿਵੇਂ ਨਾਂ ਲੈ ਰਹੇ ਹੋ, ਮੈਂ ਨਾਂ ਲਏ ਤੋਂ ਬਿਨਾਂ ਗੱਲ ਕਰਨਾ ਚਾਹਾਂਗਾ। ਮੈਂ ਸਮਝਦਾ ਕਿ ਇਸ਼ੂ ਕੀ ਬਣਦਾ ਹੈ। ਇਸ਼ੂ ਇਹ ਜਿਹੜਾ ਮੁੜ ਚ ਤੁਸੀਂ ਕਰਤਾ ਕਿ ਸਾਰੇ ਦੇ ਪੈਰ ਉਖੜੇ ਹੋਏ ਨੇ, ਸਾਰੇ ਆਪਣੇ ਪੈਰ ਲਾਉਣ ਦੀ ਦਿੱਕਤ ਨੂੰ ਲਿਖਾ ਦੇ। ਮੇਰੀ ਉਮਰ ਚ ਹੁੰਦੇ ਤਾਂ ਉਹਨਾਂ ਨੂੰ ਹੋਣਾ ਸੀ ਸ਼ਾਇਦ ਹਾਰਟ ਅਟੈਕ ਹੋ ਰਿਹਾ ਹੈ ਤੇ ਉਹਦਾ ਕੋਈ ਇਲਾਜ ਕਰਦੇ। ਇਹ ਨੌਜਵਾਨ ਨੇ, ਸਾਰੇ ਚੰਗੇ ਭਲੇ ਨੇ, ਪਰ ਇੱਕ ਗੱਲ ਬੜੀ ਕਲੀਅਰ ਹੈ ਜੀ ਕਿ ਇਸ ਵੇਲੇ ਜਿਹੜਾ ਇੱਕ ਬੰਦਾ ਧਿਆਨ ਨਾਲ ਦੇਖਿਆ ਜਾ ਰਿਹਾ ਹੈ, ਉਹ ਤੇ ਚਰਨਜੀਤ ਚੰਨੀ ਹੋਈ ਹੈ। ਚੀਫ ਮਿਨਿਸਟਰ ਦੇ ਤੌਰ ਤੇ ਉਹ ਕੰਮ ਵੀ ਕਰੀ ਜਾਂਦਾ ਆਪਣਾ ਜਿੰਨਾ ਕੋਲ ਹੋ ਸਕਦਾ, ਔਰ ਕੋਸ਼ਿਸ਼ ਉਹਦੀ ਇੱਕ ਆਪਣੀ ਅਪੀਲ ਹੈ। ਕਿਉਂਕਿ ਜਿਸ ਤਰ੍ਹਾਂ ਦਾ ਇੱਕ ਵੱਡਾ ਵੱਢ ਆਇਆ ਹੈ ਨਾ, ਤੇ ਐਕਸਟ੍ਰੀਮ ਤੇ ਇੱਕ ਮਹਾਰਾਜੇ ਨੂੰ ਲਾ ਕੇ ਇੱਕ ਕਾਮਨਰ ਨੂੰ ਸੀਐਮ ਬਣਾਉਣਾ, ਇਹ ਕਾਂਗਰਸ ਦਾ ਵੱਡਾ ਪੈਂਤੜਾ ਸੀ ਔਰ ਉਹਦਾ ਬੜਾ ਉਹਨਾਂ ਨੂੰ ਫਾਇਦਾ ਹੋਇਆ। ਹੁਣ ਇਸ ਫਾਇਦੇ ਨੂੰ ਕੈਸ਼ ਕਰਨੀ ਥਾਂ ਤੇ ਉਹਨਾਂ ਦੇ ਆਪਣੇ ਬੰਦੇ ਜਿਹੜੇ ਨੇ ਉਹ ਹੋਰ ਹੀ ਮਤਲਬ ਅੰਨੇ ਹਰਨਾਂ ਦੇ ਸ਼ਿਕਾਰੀ ਬਣੇ ਫਿਰਦੇ ਨੇ, ਮਤਲਬ ਉਹ ਭੱਜੇ ਫਿਰਦੇ ਨੇ ਇੱਕ ਦੂਜੇ ਦੇ ਮਗਰ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੀ ਮੈਂ ਗੱਲ ਤੁਹਾਡੇ ਆਡੀਅנס ਨਾਲ ਸਾਂਝੀ ਕਰਨਾ ਚਾਹੁੰਦਾ ਹੋਇਆ ਕਿ ਇਸ ਵੇਲੇ ਨਾ ਤੇ ਕੋਈ ਮੁੱਦਾ ਹੈ ਨਾ ਚਿਹਰਾ ਹੈ, ਅੱਗੇ ਹੈ ਸ਼ਰੀਕਾ, ਸਾੜਾ, ਲੱਤ ਖਿੱਚੂ ਸਿਆਸਤ। ਇਹ ਜਿਹੜੀ ਹੈ ਇਹ ਤੇ ਕਿਤੇ ਵਕਤੀ ਹੈ ਯਾਰ ਜੀ, ਇਹ ਤੇ ਸੁਭਾਅ ਨਾਲ ਜੁੜੀ ਹੋਈ ਹੈ। ਜਦੋਂ ਤੁਸੀਂ ਇਹ ਕਰੋਗੇ ਉਹਦੇ ਵਿੱਚ ਫਾਇਦਾ ਕੀ ਹੋ ਰਿਹਾ ਹੈ? ਪੈਦਾ ਔਰ ਜੋ ਸਿਆਸਤ ਨਹੀਂ ਹੋ ਰਹੀ, ਮੁੱਦੇ ਨਹੀਂ ਪੈਦਾ ਹੋ ਰਹੇ, ਕੁਛ ਹਾਲੇ ਨਹੀਂ ਪੈਦਾ ਹੋ ਰਿਹਾ, ਸਿਆਸਤ ਹੋ ਰਹੀ ਹੈ। ਉਸ ਉਕਸਾਹਟ, ਭੜਕਾਹਟ ਜੋ ਵੀ ਆਇਆ ਸਾਹਮਣੇ ਹੁਣ ਤੱਕ ਤੁਹਾਡੇ ਸਾਹਮਣੇ ਆਇਆ, ਉਹਦੇ ਚ ਦੋ ਲਫ਼ਜ਼ ਜਿਹੜੇ ਨੇ ਉਕਸਾਹਟ ਤੇ ਭੜਕਾਹਟ, ਜਾਂ ਉਕਸਾਈ ਜਾਂਦੇ ਆ ਜਾਂ ਭੜਕੀ ਜਾਂਦੇ ਆ, ਇਹ ਹੋਰ ਕੁਝ ਸਾਹਮਣੇ ਆ ਹੀ ਨਹੀਂ ਰਿਹਾ। ਹੁਣ ਇਸ ਵੇਲੇ ਜਿਹੜੀ ਮੈਂ ਸਮਝਾਉਣ ਵਾਲੀ ਗੱਲ ਹੈ, ਜੋ ਸਮਝਣਾ ਚਾਹਣ ਸਿਆਸਤਦਾਨ ਤੇ ਉਹਨੂੰ ਸਮਝਣਾ ਚਾਹੀਦਾ ਹੈ ਕਿ ਤੇਰਾ ਮੇਰਾ ਤੇ ਤੂੰ ਤੇ ਮੈਂ ਦੇ ਵਿੱਚ ਉਹ ਵੋਟਰ ਨੂੰ ਵੰਡ ਰਹੇ ਨੇ ਇਸ ਵੇਲੇ, ਤੇ ਆਸ ਇਹ ਕਰ ਰਹੇ ਨੇ ਕਿ ਵੋਟਰ ਵੰਡਿਆ ਜਾਏਗਾ ਮਜਬੂਰੀ ਵਿੱਚ। ਜੇ ਕਿਸੇ ਦੇ ਵਿੱਚ ਤੇ ਪੰਜਾਬ ਦੇ ਨਤੀਜੇ ਬਹੁਤ ਮਾੜੇ ਨਿਕਲਣਗੇ। ਇਹ ਅਸੀਂ ਮਾੜੇ ਨਤੀਜਿਆਂ ਵੱਲ ਨੂੰ ਭੱਜ ਰਹੇ ਹਾਂ। ਜੇ ਤੇ ਸਿਆਸਤ ਨੇ ਸਮਝ ਲਿਆ ਕਿ ਮਾੜੇ ਨਤੀਜਿਆਂ ਵਿੱਚੋਂ ਹੀ ਸਾਨੂੰ ਮਤਲਬ ਸਾਡਾ ਭਲਾ ਹੈ, ਵੀ ਜਿਵੇਂ ਮਤਲਬ ਬੇਅੰਤ ਸਿੰਘ ਵੇਲੇ ਜਿੱਤ ਗਏ ਸਨ, ਸਰਕਾਰ ਇਸ ਤਰ੍ਹਾਂ ਕੋਈ ਜਿੱਤ ਜਾਏ ਤੇ ਉਹ ਜਿੱਤਿਆਂ 'ਚ ਸ਼ਾਮਲ ਨਹੀਂ ਹੋਏਗਾ। ਨਹੀਂ, ਤੁਹਾਡਾ ਮਤਲਬ ਇਹ ਹੈ ਕਿ ਸਿਆਸਤ ਦੇ ਵਿੱਚ ਇਹ ਵੋਟਰ ਨੂੰ ਵੰਡ ਰਹੇ ਨੇ। ਜੇ ਵੋਟਰ ਵੋਟ ਪਾਉਣ ਲਈ ਵੰਡਿਆ ਜਾਂਦਾ ਤੇ ਬਹੁਤ ਥਾਈਂ ਵੰਡ ਕੇ ਵੋਟ ਪਾ ਦਿੰਦਾ ਤੇ ਹੰਗ ਅਸੈਂਬਲੀ ਆਉਂਦੀ, ਫਿਰ ਤਾਂ ਫਾਇਦਾ ਹੈ। ਲੇਕਿਨ ਜੇ ਵੋਟਰ ਨੂੰ ਧਰਮ ਦੇ ਨਾਂ ਤੇ, ਫਿਰਕਿਆਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਲੜਾ ਦਿੰਦੇ ਹੋ, ਉਹ ਵੰਡ ਕਹਿ ਰਹੇ ਹੋ, ਤੇ ਉਹ ਬਹੁਤ ਖਤਰਨਾਕ ਹੈ। ਇਹ ਪੰਜਾਬ ਦੇ ਵਿੱਚ ਅਜੇ ਤੱਕ ਇਹ ਹੋਇਆ ਨਹੀਂ। ਪੰਜਾਬ ਨੇ ਕਦੇ ਵੰਡ ਵਾਲੀ ਪੋਲਿਟਿਕਸ ਕੀਤੀ ਨਹੀਂ। ਅਲਟੀਮੇਟਲੀ ਜਿਹੜਾ ਜਿੱਤਣ ਦੇ ਯੋਗ ਹੁੰਦਾ ਜਾਂ ਜਿੱਤਣ ਦੇ ਨੇੜੇ ਹੁੰਦਾ ਜਾਂ ਜਿੱਤਣਾ ਚਾਹੀਦਾ ਉਸ ਪਾਸੇ ਨੂੰ। ਹੁਣ ਸਵਾਲ ਕੀ ਹੈ? ਮੁੱਦੇ ਅਸਲ ਦੇ ਵਿੱਚ ਹੈ ਨਹੀਂ। ਮੁੱਦਾ ਤੇ ਆਮ ਜਿਹੜਾ ਵੋਟਰ ਹੈ ਉਹ ਤੇ ਮਰ ਰਿਹਾ ਮਹਿੰਗਾਈ ਨਾਲ। ਉਹਨਾਂ ਦਾ ਧਿਆਨ, ਜਿਹੜਾ ਬੰਦਾ ਪੈਟਰੋਲ ਵੱਲ ਧਿਆਨ ਨਹੀਂ ਦੇ ਰਿਹਾ, ਜਿਹੜਾ ਬੰਦਾ ਉਹ ਪੈਟਰੋਲ ਕਰਕੇ ਗੈਸ, ਚੁੱਲ੍ਹੇ ਦੀ ਗੈਸ ਵੱਧ ਰਹੀ ਹੈ, ਉਹਦਾ ਧਿਆਨ ਨਹੀਂ ਦੇ ਰਿਹਾ। ਲੋਕਾਂ ਨੂੰ ਮਤਲਬ ਆਲੂ ਵੀ ਖਰੀਦ ਕੇ ਖਾਣੇ ਔਖੇ ਹੋ ਰਹੇ ਨੇ, ਸਬਜ਼ੀ ਤੇ ਖਰੀਦਣੀ ਕੀ ਹੈ। ਆਮ ਆਦਮੀ ਮਰ ਰਿਹਾ ਹੈ। ਇਸ਼ੂ ਤੇ ਇਹ ਹੈ
ਉਹਦੇ ਵਿੱਚ ਇਹ ਜਿਹੜੀ ਲੜਾਈ ਲੜ ਰਹੇ ਨੇ ਉਹਦੇ ਤੇ ਆਮ ਆਦਮੀ ਜੇ ਉਹਨੂੰ ਪਤਾ ਲੱਗ ਰਿਹਾ ਹੈ ਤੇ ਉਹ ਖਿਜਿਆ ਜਾ ਬੈਠਾ ਹੈ। ਇਹ ਖਿਜ ਜਿਹੜੀ ਹੈ ਇਹ ਕਿਹਦੇ ਸਿਰ ਤੇ ਵੱਜੇਗੀ ਇਹ ਮੈਨੂੰ ਨਹੀਂ ਪਤਾ, ਪਰ ਮੈਂ ਇਹ ਸਮਝਦਾ ਕਿ ਜਿਸ ਤਰ੍ਹਾਂ ਦੀ ਭਟਕੀ ਹੋਈ ਪੋਲਿਟਿਕਸ ਇਸ ਵੇਲੇ ਪੰਜਾਬ ਦੀ, ਉਹਦੇ ਨਾਲ ਰੰਧਾਵਾ ਸਾਹਿਬ ਕਿਸੇ ਪਾਸੇ ਨਹੀਂ ਲੱਗਣਾ। ਇਹਨਾਂ ਦੇ ਪੈਰ ਨਾ ਕੇਵਲ ਹੁਣ ਉਖੜੇ ਹੋਏ ਨੇ, ਇਹ ਜਾ ਕੇ ਇਲੈਕਸ਼ਨ ਵਿੱਚ ਹੋਰ ਵੀ ਉਖੜ ਜਾਣੇ ਨੇ। ਮੈਂ ਫਿਰ ਆਉਣਾ, ਮੈਨੂੰ ਪ੍ਰੋਫੈਸਰ ਹਰੀਸ਼ ਜੀ, ਮੈਨੂੰ ਇਹ ਤੁਹਾਡੇ ਤੋਂ ਸਮਝਣਾ ਹੈ ਕਿ ਜਿਵੇਂ ਮੈਂ 1 ਬਾਈ 1 ਕਰੂੰਗਾ, ਜਿੱਦਾਂ ਨਵਜੋਤ ਸਿੰਘ ਸਿੱਧੂ ਨੇ ਸਾਰੀ ਸਿਆਸਤ ਬਾਦਲਾਂ ਨੂੰ ਗਾਲਾਂ ਕੱਢਣ ਨਾਲ ਕੀਤੀ ਤੇ ਉਹਨਾਂ ਨੇ ਆਪਣਾ ਸਥਾਨ ਵੀ ਬਣਾ ਲਿਆ, ਕਿਉਂਕਿ ਬਾਦਲਕਿਆਂ ਦੇ ਮਾਮਲੇ 'ਚ ਲੋਕਾਂ ਦਾ ਵਿਰੋਧ ਬਹੁਤ ਸੀ, ਮਨ 'ਚ ਲੋਕਾਂ ਦੇ ਬਹੁਤ ਅਜੀਬ ਕਿਸਮ ਦੀ ਕਸ਼ਮਕਸ਼ ਸੀ ਬਾਦਲਾਂ ਨੂੰ ਲੈ ਕੇ, ਔਰ ਉਹਨੂੰ ਇਨਕੈਸ਼ ਕੀਤਾ ਸਿੱਧੂ ਨੇ। ਅੱਜ ਜਦੋਂ ਨਿਰਣਾਇਕ ਦੌਰ ਉਹਨਾਂ ਨੂੰ ਲਾਣਾ ਔਖਾ ਵੀ ਸੀ ਜੀ, ਔਰ ਇਸ ਵੇਲੇ ਜਦੋਂ ਲੜਾਈ ਨਿਰਣਾਇਕ ਦੌਰ 'ਚ ਦਾਖਲ ਹੋ ਗਈ ਆ ਤਾਂ ਸਿੱਧੂ ਆਪਣੇ ਕੋਰ ਏਜੰਡੇ ਤੋਂ ਭਟਕ ਕੇ ਜਿਹੜੀ ਲੜਾਈ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨਾਲ ਵਿੱਢੀ ਵੀ ਤੈਨੂੰ ਜਿੱਤਣ ਨਹੀਂ ਦੇਣਾ, ਕੈਪਟਨ ਦਾ ਤਾਂ ਕਹਿਣਾ ਬਣਦਾ ਸੀ ਕਿਉਂਕਿ ਅਗਲੇ ਨੂੰ ਤੁਸੀਂ ਸਿਖਰਲੀ ਕੁਰਸੀ ਤੋਂ ਖਿੱਚ ਕੇ ਲਾਤਾ ਧੂ ਕੇ, ਉਹਦਾ ਤਾਂ ਕਹਿਣਾ ਬਣਦਾ ਸੀ। ਲੇਕਿਨ ਸਿੱਧੂ ਉਹ ਲੜਾਈ 'ਚ ਉਲਝ ਕੇ ਰਹਿ ਗਏ ਤੇ ਆਪਣੇ ਕੋਰ ਇਸ਼ੂ ਤੋਂ ਪਾਸੇ ਹੋ ਗਏ। ਤੁਹਾਨੂੰ ਲੱਗਦਾ ਸਿੱਧੂ ਆਪਣਾ ਅਕਸ ਗਵਾ ਚੁੱਕੇ ਆ ਜਾਂ ਗਵਾਈ ਜਾਣ ਵੱਲ ਵੱਧ ਰਿਹਾ, ਔਰ ਜਿਸ ਤਰ੍ਹਾਂ ਦਾ ਕ੍ਰਿਸ਼ਮਾਈ ਲੀਡਰ ਬਣ ਕੇ ਉੱਭਰ ਰਿਹਾ ਸੀ ਇਹ ਵਿਅਕਤੀ, ਅੱਜ ਉਹ ਆਪਣੀ ਆਭਾ ਗਵਾ ਗਿਆ? ਕੀ ਕਹਿੰਦੇ ਰੰਧਾਵਾ ਸਾਹਿਬ? ਸ਼ੁਰੂ ਤੋਂ ਹੀ ਮੇਰਾ ਤੇ ਇੱਕ ਵਿਚਾਰ ਇਹ ਰਿਹਾ ਵਾ ਕਿ ਸਿੱਧੂ ਦਾ ਕੋਈ ਇੱਕ ਫੋਕਸ ਹੈ ਹੀ ਨਹੀਂ। ਜਿਹੜਾ ਬਾਦਲਕਿਆਂ ਦੇ ਖਿਲਾਫ ਇਹਨਾਂ ਦੀ ਇੱਕ ਨੈਗੇਟਿਵ ਕਿਸਮ ਦਾ ਜਿਹੜਾ ਵਰਤੀਰਾ ਸੀ, ਉਹ ਇੱਕ ਗੱਲ ਅਸੀਂ ਮੰਨ ਕੇ ਚੱਲੀਏ ਕਿ ਰਾਜਨੀਤੀ ਵਿੱਚ ਨੈਗੇਟਿਵ ਜਿਹੜਾ ਵਰਤੀਰਾ ਹੈ ਉਹ ਬਹੁਤੀ ਦੇਰ ਤੱਕ ਚੱਲਦਾ ਨਹੀਂ ਹੈ ਜੀ। ਔਰ ਉਹਦੇ ਨਾਲ ਕਿਉਂਕਿ ਇਸ ਵੇਲੇ ਬਾਦਲ ਦਾ ਜਿਹੜਾ ਬਾਦਲ ਪਰਿਵਾਰ ਜਿਹੜਾ ਹੈ ਉਹ ਆਪਣੀ ਜ਼ਮੀਨ ਜਿਹੜਾ ਹੈ ਉਹ ਐਗਰੀਕਲਚਰ ਦੇ ਇਸ਼ੂ ਦੇ ਉੱਤੇ ਆਪਣੀ ਜ਼ਮੀਨ ਗਵਾ ਬੈਠਾ ਸੀ। ਉਹ ਹੁਣ ਉਸਨੂੰ ਰਿਟਰੇਸ ਕਰਨ ਦੀ ਕੋਸ਼ਿਸ਼ ਤੇ ਕਰਦੇ ਪਏ ਨੇ, ਪਰ ਉਹ ਹੋ ਨਹੀਂ ਪਾ ਰਹੀ। ਇਸ ਕਰਕੇ ਉਹਨਾਂ ਤੇ ਇੱਕ ਤੇ ਗੱਲ ਇਹ ਹੈ। ਦੂਸਰਾ, ਜਿਹੜੀ ਕਾਂਗਰਸ ਦੀ ਅੰਦਰਲੀ ਲੜਾਈ ਸੀ, ਅੰਦਰਲੀ ਲੜਾਈ ਨੂੰ ਵੀ ਨਜਿੱਠਣਾ ਸੀ। ਉਹ ਲੜਾਈ ਜਿਹੜੀ ਹੈ ਉਹ ਵੀ ਸਿੱਧੂ ਸਾਹਿਬ ਕੋਲੋਂ ਨਹੀਂ ਨਜਿੱਠੀ ਜਾ ਰਹੀ ਚੰਗੇ ਤਰੀਕੇ ਦੇ ਨਾਲ। ਇਸ ਕਰਕੇ ਉਹ ਨਵੇਂ ਜਿਹੜੇ ਇਸ਼ੂ ਆਉਂਦੇ ਗਏ, ਉਹ ਇਸ਼ੂਆਂ ਦੇ ਉੱਤੇ ਜਿਸ ਤਰ੍ਹਾਂ ਕਿ ਅਰੂਸਾ ਆਲਮ ਦਾ ਪਿਛਲੇ ਦਿਨਾਂ ਦੇ 2-3 ਦਿਨ ਜਿਹੜਾ ਕਾਫੀ ਚੱਲਦਾ ਰਿਹਾ, ਔਰ ਉਹ ਅਮਰਿੰਦਰ ਸਿੰਘ ਨੇ ਚੁੱਪ ਕਰਾ ਦਿੱਤਾ, ਜਾਂ ਉੱਪਰੋਂ ਹਾਈ ਕਮਾਂਡ ਨੇ ਕੋਈ ਇਸ਼ਾਰਾ ਦੇ ਕੇ ਉਸ ਇਸ਼ੂ ਨੂੰ ਜਿਹੜਾ ਖਤਮ ਕੀਤਾ ਜਾਂ ਉਹਨੂੰ ਠੰਡਾ ਪਾ ਦਿੱਤਾ। ਪਰ ਜਿਹੜੀ ਗੱਲ ਇਹ ਹੈ ਕਿ ਜਿਹੜੇ ਇਸ ਕਿਸਮ ਦੇ ਆਪੋਜੀਸ਼ਨ ਦੇ ਵਿੱਚ ਹੋਣਾ, ਅਟੈਕ ਦੀ ਰਾਜਨੀਤੀ ਜਿਹੜੀ ਹੈ ਉਹ ਚਲਾਣੀ, ਔਰ ਉਸ ਤੋਂ ਬਾਅਦ ਆਪ ਪੋਜੀਸ਼ਨ ਦੇ ਵਿੱਚ ਆ ਕੇ ਉਸੇ ਸਟੈਂਸ ਨੂੰ ਕਾਇਮ ਰੱਖਣਾ, ਉਹ ਇਕੱਲੇ ਇੱਕ ਸਟੈਂਸ ਦੇ ਉੱਤੇ ਆਪਣੇ ਆਪ ਨੂੰ ਕਾਇਮ ਰੱਖਣਾ ਜਿਹੜਾ ਹੈ ਉਹ ਪੋਸੀਬਲ ਕਦੇ ਵੀ ਨਹੀਂ ਹੁੰਦਾ। ਇਸ ਕਰਕੇ ਜਿਹੜਾ ਪਾਰਟੀ ਦਾ ਪ੍ਰਧਾਨ ਹੈ ਜਾਂ ਜਿਹੜਾ ਚੀਫ ਮਿਨਿਸਟਰ ਹੈ, ਉਹਨੂੰ ਸਾਰੇ ਪਾਸੇ ਧਿਆਨ ਦੇ ਕੇ ਚੱਲਣਾ ਪੈਂਦਾ, ਜਿੱਥੇ ਕਿ ਇਸ ਵੇਲੇ ਮੈਨੂੰ ਲੱਗਦਾ ਹੈ ਕਿ ਸਿੱਧੂ ਬਹੁਤਾ ਕਾਮਯਾਬ ਨਹੀਂ ਹੈ ਜੀ। ਚੰਨੀ ਦਾ ਜਿਹੜਾ ਫੋਕਸ ਹੈ, ਜਿਹੜਾ ਚੀਫ ਮਿਨਿਸਟਰ ਚੰਨੀ ਦਾ ਫੋਕਸ ਹੈ, ਉਹ ਸਿਰਫ ਤੇ ਸਿਰਫ ਆਪਣਾ ਇਮੇਜ ਜਿਹੜਾ ਹੈ ਉਹਨੂੰ ਜਿਹੜਾ ਪ੍ਰੋਜੈਕਟ ਕਰਨ ਦਾ ਹੈ। ਜਿਹੜਾ ਉਹਦੇ ਮੰਤਰੀਆਂ ਦਾ ਫੋਕਸ ਹੈ ਉਹ ਆਪਣੇ ਇਮੇਜ ਨੂੰ ਪ੍ਰੋਜੈਕਟ ਕਰਨ ਦਾ ਪੂਰੀ ਹੈ, ਜਿਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਜ਼ਮੀਨ ਜਿਹੜੀ ਹੈ ਉਹ ਰਿਕਵਰ ਵੀ ਕਰ ਲਿੱਤੀ ਹੈ। ਤੋ ਇਸ ਕਰਕੇ ਜੇ ਅਸੀਂ ਸਿਰਫ ਤੇ ਸਿਰਫ ਇੱਕ ਮੁੱਦੇ ਦੇ ਉੱਤੇ ਰਹੀਏ, ਉਹ ਮੁੱਦੇ ਦੇ ਨਾਲ ਅਸੀਂ ਰਾਜਨੀਤੀ ਦੇ ਵਿੱਚ ਬਹੁਤੀ ਦੂਰ ਤੱਕ ਨਹੀਂ ਜਾ ਸਕਦੇ। ਮੇਰਾ ਇਹੋ ਹੀ ਮੈਂ ਪ੍ਰੋਫੈਸਰ ਸਾਹਿਬ ਤੁਹਾਡੀ ਕੰਟੀਨਿਊਟੀ 'ਚ ਜਾਣਾ ਚਾਹੂੰਗਾ। ਤੁਹਾਡੀ ਟਿੱਪਣੀ ਕੈਪਟਨ ਅਮਰਿੰਦਰ ਸਿੰਘ ਦਾ ਉਖੜਨ ਤੇ ਉਹ ਵੀ ਮੈਂ ਚਾਹੂੰਗਾ ਤੁਹਾਡੇ ਤੋਂ ਲੈਣੀ। ਉਹ ਤੇ ਮੈਂ ਸ਼ੁਰੂ ਦੇ ਵਿੱਚ ਹੀ ਗੱਲ ਕਹਿਤੀ, ਤਾਲੋਂ ਖੁੱਤੀ ਡੂਮਣੀ ਨਾਚੇ ਤਾਲ ਬੇਤਾਲ। ਉਹਦਾ ਸਿਰਫ ਇੱਕ ਸੀ ਕਿ ਮੈਂ ਸਿੱਧੂ ਨੂੰ ਕਿਸੇ ਤਰੀਕੇ ਨੁਕਰੇ ਲਾਣਾ ਹੈ। ਸਿੱਧੂ ਨੂੰ ਨੁਕਰੇ ਲਾਉਣ ਵਾਸਤੇ ਕੈਪਟਨ ਦੇ ਕੋਲ ਹੋਰ ਵੀ ਕਈ ਜ਼ਰੀਏ ਹੋ ਸਕਦੇ ਸੀ। ਉਹਦੀ ਆਪਣੀ ਇੱਕ ਸਿਆਸਤ ਵੀ ਰਹੀ ਹੈ, ਇੱਕ ਉਹਨਾਂ ਦਾ ਇੱਕ ਇਮੇਜ ਵੀ ਰਿਹਾ ਹੈ, ਔਰ ਇੱਕ ਸਪੋਰਟ ਦਾ ਜਿਹੜਾ ਬੇਸ ਹੈ ਉਹ ਵੀ ਕੈਪਟਨ ਅਮਰਿੰਦਰ ਸਿੰਘ ਕੋਲ ਹੈਗਾ। ਔਰ ਪੰਜਾਬ ਦੇ ਵਿੱਚ ਵੱਡਾ ਕਾਦਾ ਕੈਪਟਨ ਅਮਰਿੰਦਰ ਸਿੰਘ ਦਾ। ਔਰ ਮੇਰੇ ਵਾਸਤੇ ਮੈਨੂੰ ਲੱਗਦਾ ਕਿ ਇਸ ਸਿਚੁਏਸ਼ਨ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਦਾ ਨਵਜੋਤ ਸਿੰਘ ਸਿੱਧੂ ਦਾ ਆਪਸ ਦੇ ਵਿੱਚ ਕੋਈ ਐਡਾ ਵੱਡਾ ਮੁਕਾਬਲਾ ਨਹੀਂ ਜਿੱਦਾਂ ਬਣਾਇਆ ਜਾ ਰਿਹਾ ਹੈ। ਅਗਲੀ ਗੱਲ ਜਿਹੜੀ ਇਹ ਹੈ ਕਿ ਉਹ ਮੈਂ ਦੁਬਾਰਾ ਤੋਂ ਰਿਪੀਟ ਕਰਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਸ ਵੇਲੇ ਇੱਕੋ ਇੱਕ ਟਾਰਗੇਟ ਹੈ ਕਿ ਸਿੱਧੂ ਦੀ ਪ੍ਰੋਮੀਨੈਂਸ ਨੂੰ ਖਤਮ ਕਰਨਾ,
ਔਰ ਉਸ ਤੋਂ ਬਾਅਦ ਬੀਜੇਪੀ ਦੇ ਕਾਡਰ ਨੂੰ ਇਸਤੇਮਾਲ ਕਰਕੇ ਆਪ ਪ੍ਰੋਮਿਨੈਂਸ ਦੇ ਵਿੱਚ ਬਣੇ ਰਹਿਣਾ। ਉਹ ਪਾਵਰ 'ਚ ਆਉਂਦੇ ਨੇ ਜਾਂ ਨਹੀਂ ਆਉਂਦੇ ਨੇ, ਉਹ ਬਿਲਕੁਲ ਇਹਦੇ ਵਿੱਚ ਜਿਹੜਾ ਹੈ ਉਹ ਮੇਨ ਮੁੱਦਾ ਨਹੀਂ ਹੈ। ਸੁਖਬੀਰ ਸਿੰਘ ਬਾਦਲ ਦੇ ਅੱਕੀ ਪਲਾਈ ਹੱਥ ਮਾਰਨ ਨੂੰ ਕੀ ਕਹੋਗੇ? ਸੈਸ਼ਨ ਅਗਲਿਆਂ ਨੇ ਸੱਦ ਲਿਆ, ਮੁੱਦਾ ਕਲੀਅਰ ਕਰਤਾ ਤੇ ਕਹਿ ਦੇਣਾ ਕਿ ਅਸੀਂ ਇਹਦੇ 'ਚ ਮਤਾ ਲਿਆਵਾਂਗੇ, ਰੈਜ਼ੋਲੂਸ਼ਨ ਮੂਵ ਕਰਾਂਗੇ। ਇਹਨੂੰ ਕਿਸ ਤਰ੍ਹਾਂ ਦੀ ਰਾਜਨੀਤੀ 'ਚ ਮੰਨੋਗੇ? ਬਚਕਾਨਾ ਪੱਖ ਤਾਂ ਨਹੀਂ ਹੈ ਇਹ? ਇਹਨਾਂ ਨੇ ਜਿਹੜੀ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਵਾਜਪਾਈ ਸਰਕਾਰ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਆਇਆ ਸੀ ਤੇ ਉਸ ਮੋਸ਼ਨ ਨੂੰ ਫੇਸ ਕਰਨ ਦੀ ਬਜਾਏ ਵਾਜਪਾਈ ਸਾਹਿਬ ਨੇ ਆਪਣਾ ਅਸਤੀਫਾ ਦੇਣ ਚਲੇ ਗਏ ਸੀ ਤੇ ਉੱਥੋਂ ਆਪਣੀ ਇੱਕ ਜ਼ਮੀਨ ਪੈਦਾ ਕਰ ਲਿੱਤੀ ਸੀ ਦੁਬਾਰਾ ਵਾਪਸ ਪਾਵਰ ਦੇ ਵਿੱਚ ਆਉਣ ਦੀ। ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਉਹੀ ਰਾਜਨੀਤੀ ਜਿਹੜੀ ਹੈ ਉਹ ਕੱਲ ਜਿਹੜੀ ਹੈ ਉਹ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਵਾਜਪਾਈ ਸਾਹਿਬ ਦਾ ਤੇ ਸੁਖਬੀਰ ਬਾਦਲ ਦਾ ਜਿਹੜਾ ਕੱਦ ਹੈ ਉਹ ਆਪਸ ਦੇ ਵਿੱਚ ਬਰਾਬਰ ਮੇਲ ਖਾਂਦਾ। ਦੌਰ ਦਾ ਵੀ ਫਰਕ ਹੈ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਪਲ ਦੀ ਖਬਰ ਅੱਗੇ ਵੱਧਦੀ ਹੈ। ਜਦੋਂ ਅਗਲੇ ਅਨਾਉਂਸਮੈਂਟ ਕਰਤੀ ਤੇ ਫਿਰ ਤੁਹਾਡੀ ਅਨਾਉਂਸਮੈਂਟ ਬੇਮਾਨੇ ਹੋ ਜਾਂਦੀ ਹੈ। ਉਹਦੇ ਵਿੱਚ ਇਹ ਗੱਲ ਕਰਨ ਦਾ ਤੁਕ ਕੋਈ ਨਹੀਂ ਬਣਦਾ। ਹੁਣ ਪ੍ਰੋਫੈਸਰ ਬਲਕਾਰ ਸਿੰਘ ਜੀ, ਮੈਨੂੰ ਇਹੀ ਸੀਕੁਐਂਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਪੋਲਿਟਿਕਸ ਨੂੰ 1 ਬਾਈ 1 ਔਰ ਕੈਪਟਨ ਦੀ ਤੁਸੀਂ ਗੱਲ ਕਰ ਹੀ ਚੁੱਕੇ ਹੋ ਕਿ ਬੀਜੇਪੀ ਵੱਲ ਭੱਜੇ ਫਿਰਨ ਦੀ ਕੀ ਤੁਕ ਹੈ, ਲੇਕਿਨ ਉਹਦੇ ਨਾਲ ਸੁਖਬੀਰ ਬਾਦਲ, ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ, ਇਹਨਾਂ ਸਾਰਿਆਂ ਦੇ ਉੱਤੇ ਮੈਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਕਿੰਨੀ ਬਚੀ ਹੋਈ ਹੈ ਜੇ ਇਸੇ ਹੀ ਤੌਰ ਤੇ ਤੁਰਦੇ ਰਹੇ? ਗੱਲ ਇੱਥੋਂ ਕਰ। ਮੈਂ ਪਹਿਲੀ ਗੱਲ ਤੇ ਤੁਹਾਡਾ ਬੜੀ ਕਲੀਅਰ ਕਰਨਾ ਚਾਹਣਾ। ਸਾਰਿਆਂ ਦੇ ਵਿੱਚ ਅਸੀਂ ਆਪਾਂ ਗੱਲ ਹੀ ਕਰ ਰਹੇ ਹਾਂ, ਕੋਈ ਫੈਸਲਾ ਨਹੀਂ ਕਰ ਰਹੇ, ਨਾ ਕਿਸੇ ਨੂੰ ਸਰਟੀਫਿਕੇਟ ਦੇ ਰਹੇ ਹਾਂ। ਪਰ ਅਸੀਂ ਜਦੋਂ ਚਿਹਰਿਆਂ ਦੀ ਗੱਲ ਕਰ ਰਹੇ ਹਾਂ ਨਾ, ਨਾਂ ਲੈ ਕੇ ਮੈਂ ਨਾਂ ਲੈਣ ਤੋਂ ਗੁਰੇਜ਼ ਇਸ ਕਰ ਕੀਤਾ ਹੈ ਵੀ ਚਿਹਰਿਆਂ ਦੀ ਜਿਹੜੀ ਪੋਲਿਟਿਕਸ ਹੈ ਨਾ, ਜਿਹੜੀ ਹੋ ਰਹੀ ਹੈ, ਇਹਨੇ ਪੋਲਿਟਿਕਸ ਨੇ ਕਿਸੇ ਕੰਮ ਨਹੀਂ ਆਉਣਾ। ਅਲਟੀਮੇਟਲੀ ਰੰਧਾਵੇ ਨੂੰ ਮਤਲਬ ਚੰਨੀ ਕਰਕੇ ਵੋਟ ਉਨੀ ਨਹੀਂ ਪੈਣੀ, ਚੰਨੀ ਨੂੰ ਵੋਟ ਜਿਹੜੀ ਆ ਸਿੱਧੂ ਕਰਕੇ ਨਹੀਂ ਪੈਣੀ, ਸਿੱਧੂ ਦੀ ਵੋਟ ਜਿਹੜੀ ਆ ਅਮਰਿੰਦਰ ਕਰਕੇ ਨਹੀਂ। ਇਹੋ ਜਿਹੀ ਗੱਲਾਂ ਜਿਹੜੀਆਂ ਬੜੀ ਮਾਈਨਰ ਜਿਹੇ ਹੁੰਦੇ ਨੇ। ਇਸ ਕਰਕੇ ਮੈਂ ਜਿਹੜੀ ਇਹਨੂੰ ਮੈਂ ਐਜ਼ ਐਕਲੈਮੇਸ਼ਨ ਲੈਂਗੁਏਜ ਦੇਣਾ ਚਾਹੁੰਦਾ ਤੁਹਾਡੀ ਆਡੀਅנס ਨਾਲ ਸਾਂਝੀ, ਉਹ ਇਹ ਹੈ ਕਿ ਪੋਲਿਟਿਕਸ ਦੋ ਕਿਸਮ ਦੀ ਹੁੰਦੀ ਰਹੀ ਹੈ ਇੱਥੇ। ਇੱਕ ਪੋਲਿਟਿਕਸ ਹੈ ਵਿਰਾਸਤੀ ਪੋਲਿਟਿਕਸ, ਜਿਹਨੂੰ ਕਹਿੰਦੇ ਆ ਵਿਰਾਸਤੀ ਸੁਰ ਵਿੱਚ ਪੋਲਿਟਿਕਸ ਕਰਨਾ, ਵਿਰਾਸਤ ਨੂੰ ਨਾਲ ਲੈ ਕੇ ਕਰਨਾ, ਪੰਜਾਬ ਨੂੰ ਪੰਜਾਬ ਸਮਝ ਕੇ ਕਰਨਾ, ਪੰਜਾਬ ਨੂੰ ਅੱਗੇ ਤੋਰਨ ਵਾਸਤੇ ਕਰਨਾ। ਇੱਕ ਹੈ ਮਾਲਕੀ ਦੀ ਪੋਲਿਟਿਕਸ, ਉਹਦੇ ਜੋ ਜਾਇਦਾਦ ਬਣਾ ਲੈਣੀ, ਉਹ ਤੋਂ ਅਮੀਰ ਹੋ ਜਾਣਾ। ਜਿਹੜੀ ਵਾਰਸੀ ਪੋਲਿਟਿਕਸ ਹੈ ਉਹ ਚੁੱਪ ਕੀਤੇ ਹੀ ਹੋ ਸਕਦੀ ਹੈ, ਉਹਦੇ ਲਾਊਡ ਹੋਣ ਦੀ ਲੋੜ ਨਹੀਂ ਹੈ। ਉਹ ਤੇ ਕੱਲਾ ਚੰਨੀ ਕਰ ਰਿਹਾ ਹੈ, ਕੱਲਾ ਚੰਨੀ ਕਰ ਰਿਹਾ ਹੈ, ਬਾਕੀ ਕੋਈ ਵੀ ਨਹੀਂ ਕਰ ਰਿਹਾ ਉੱਥੇ। ਮਤਲਬ ਐਂ ਤਾਂ ਮਤਲਬ ਬਾਜਵਾ ਵੀ ਚੁੱਪ ਕਰੀਤਾ ਬੈਠਾ ਹੈ, ਲੱਗਦਾ ਮੈਂ ਸਮਝਦਾ ਕਿ ਉਹ ਵੀ ਤਾਂ ਲੜਾਈ ਉਹ ਨਹੀਂ ਲੜ ਰਿਹਾ ਸੀ ਨਾ, ਤੇ ਉਹ ਗੱਲ ਮੋਗੀ ਤੇ ਮੋਗੀ ਉਹ ਨਹੀਂ ਬੋਲ ਰਿਹਾ। ਪਰ ਮੈਂ ਇਹ ਸਮਝਦਾ ਕਿ ਐਸ ਮਾਲਕੀ ਦੀ ਪੋਲਿਟਿਕਸ ਵਿੱਚੋਂ ਬਾਦਲ ਪਰਿਵਾਰ ਜਿਹੜਾ ਥੱਲੇ ਡਿੱਗਿਆ, ਕਿਉਂਕਿ ਮਾਲਕੀ ਦੀ ਪੋਲਿਟਿਕਸ ਜਿਹੜੀ ਹੈ ਨਾ, ਉਹ ਉਹਨਾਂ ਨੂੰ ਜਿਹੜੇ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਫਾਇਦਾ ਤੇ ਹੋ ਜਾਂਦਾ। ਉਹ ਵੈਸੇ ਹੀ ਸਿਆਸਤ ਜਿਹੜੀ ਹੈ ਨਾ, ਉਹ ਸੌਖਿਆਂ ਅਮੀਰ ਹੋਣ ਦਾ ਸਾਧਨ ਹੋ ਗਈ ਹੈ। ਤੇ ਇਸ ਵੇਲੇ ਭਾਜਪਾ ਨੇ ਇਹ ਕਰ ਦਿੱਤਾ ਹੈ ਕਿ ਉਹਨੇ ਸਾਰੀਆਂ ਉਹ ਏਜੰਸੀਆਂ ਜਿਹੜੀਆਂ ਸੌਖਿਆਂ ਅਮੀਰ ਹੋਇਆਂ ਨੂੰ ਫੜ ਸਕਦੀਆਂ ਨੇ, ਉਹਦੇ ਸਿਰ ਤੇ ਪੋਲਿਟਿਕਸ ਕਰ ਰਹੀਆਂ ਨੇ। ਸਾਰਾ ਹਿੰਦੁਸਤਾਨ ਉਲਝਿਆ ਹੋਇਆ, ਉਹ ਜਿਹਨੂੰ ਮਰਜ਼ੀ ਫੜ ਲੈਂਦੇ ਨੇ। ਇਹ ਕਿਵੇਂ ਹੋਇਆ ਕਿ ਕੋਈ ਪੋਲਿਟਿਕਸ ਫੜੋ ਬਚੇ ਨਹੀਂ ਜਾ ਸਕਦਾ? ਜਿਹਨੂੰ ਮਰਜ਼ੀ ਫੜ ਸਕਦੇ ਹੋ ਤੁਸੀਂ। ਮਤਲਬ ਉਹ ਮੈਨੂੰ ਕਿਉਂ ਨਹੀਂ ਫੜਦੇ? ਮੈਂ ਰੋਜ਼ ਬੋਲਦਾ, ਤੁਹਾਨੂੰ ਕਿਉਂ ਨਹੀਂ ਫੜਦੇ? ਹਰੀਸ਼ ਨੂੰ ਕਿਉਂ ਨਹੀਂ ਫੜਦੇ? ਫੜ ਲੈਣਾ ਮਤਲਬ ਜਿਹਨਾਂ ਕੋਲ ਹੈ ਹੀ ਕੁਛ ਨਹੀਂ, ਉਹਨਾਂ ਫੜਨਾ ਕੀ ਹੈ? ਮੈਨੂੰ ਇਹ ਹੈ ਕਿ ਇਹ ਜਿਹੜੀ ਪੋਲਿਟਿਕਸ ਹੈ ਨਾ, ਇਹਨੇ ਹਿੰਦੁਸਤਾਨ ਦਾ, ਦੇਖੋ ਹਿੰਦੁਸਤਾਨ ਸੋਨੇ ਦੀ ਚਿੜੀ ਤੋਂ ਮਤਲਬ ਕਾਂ ਤੇ ਆ ਗਿਆ ਹੈ, ਮਤਲਬ ਔਖਾ ਦੇ ਕਾਂ ਤੇ ਆ ਗਿਆ। ਹੁਣ ਤੇ ਬੁਰਾ ਹਾਲ ਹੋ ਗਿਆ। ਸਾਡੇ ਕੋਲ ਕੋਈ ਨਹੀਂ ਇੰਟਰਨੈਸ਼ਨਲ, ਸਾਡੀ ਕੋਈ ਇਮੇਜ ਨਹੀਂ ਹੈ ਬਣ ਪਾ ਰਹੀ। ਅਸੀਂ ਆਪਣੀ ਤੂਤੀਆਂ ਵਜਾਈ ਜਾਂਦੇ ਹਾਂ। ਇਹਦੇ ਵਿੱਚ ਮੈਂ ਕਹਿਣਾ ਕਿ ਪੰਜਾਬ ਵਾਲਿਆਂ ਨੂੰ ਦੁਹਾਈ ਹੈ, ਸਾਰੇ ਲੀਡਰਸ਼ਿਪ ਨੂੰ ਪਰਸਨਲੀ ਜਾਣਨਾ, ਸਾਰੇ ਦੋਸਤ ਨੇ, ਕੋਈ ਮੇਰਾ ਬਗਾਨਾ ਨਹੀਂ ਲੱਗਦਾ ਮੈਨੂੰ ਸਿੱਧੂ ਵੀ ਬਗਾਨਾ ਨਹੀਂ ਲੱਗਦਾ। ਸਿੱਧੂ ਵੀ ਬੱਚਿਆਂ ਵਰਗਾ ਪਟਿਆਲੇ ਦਾ ਹੋਣ ਕਰਕੇ ਮੈਨੂੰ ਪਤਾ ਹੈ ਉਹਦਾ, ਮੈਂ ਜਾਣਨਾ ਉਹਨੂੰ। ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਇਹ ਮਾਲਕਾ ਵਾਂਗੂ ਪੋਲਿਟਿਕਸ ਹੋਏ ਤਾਂ ਸਿੱਧੂ ਦੀ ਪ੍ਰੋਬਲਮ ਕੀ ਹੈ? ਮਾਲਕਾ ਵਾਂਗੂ ਪੋਲਿਟਿਕਸ ਕਰਦਾ ਮੈਂ, ਚੰਨੀ ਬਾਈ, ਉਹ ਕੀ ਫਾਇਦਾ? ਉਹ ਭਾਈ ਕਾਹਦੀ ਮਾਲਕੀ ਹੈ? ਮਾਲਕੀ ਤਾਂ ਉਹਨਾਂ ਦੀ ਹੈ, ਮਤਲਬ ਕੇਂਦਰ ਵਾਲਿਆਂ ਦੀ ਮਾਲਕੀ ਤਾਂ ਗਾਂਧੀ ਪਰਿਵਾਰ ਦੀ ਹੈ। ਤੁਹਾਡੀ ਕਾਹਦੀ ਮਾਲਕੀ ਹੈ? ਐਵੇਂ ਹੀ ਮਤਲਬ ਉਹ ਸੀਰੀ ਮਾਲਕ ਬਣਿਆ ਫਿਰਦਾ। ਮਤਲਬ ਇਸ ਕਰਕੇ ਇਸ ਵੇਲੇ ਪੰਜਾਬ ਨੂੰ ਸੋਚਣਾ ਚਾਹੀਦਾ ਕਿ ਉਹ ਜੇ ਨਹੀਂ ਪਤਾ ਤੇ ਪੁੱਛ ਲੈਣ, ਆਪਣੇ ਬੰਦਿਆਂ ਨੂੰ ਪੁੱਛ ਲੈਣ ਵਾਰਸੀ ਪੋਲਿਟਿਕਸ ਦਾ ਏਜੰਡਾ ਕੀ ਬਣਦਾ ਹੈ, ਵਾਰਸੀ ਪੋਲਿਟਿਕਸ ਵੱਲ ਕਿਵੇਂ ਮੁੜਿਆ ਜਾ ਸਕਦਾ ਹੈ, ਅੱਗੇ ਜਾ ਕੇ ਇਹਨੇ ਕਾਊਂਟ ਕਰਨਾ ਹੈ। ਵਾਰਸੀ ਪੋਲਿਟਿਕਸ ਦੇ ਵਿੱਚ ਕਿਸਾਨ ਮੋਰਚਾ ਬੈਠਾ ਹੈ। ਕਿਸਾਨ ਮੋਰਚਾ ਲੀਡਰਾਂ ਦੇ ਆਸਰੇ ਨਹੀਂ ਬੈਠਾ। ਕਿਸਾਨ ਮੋਰਚਾ 32 ਜਿਹੜੇ ਲੀਡਰ ਨੇ ਉਹਨਾਂ ਦੀ ਪੋਲਿਟਿਕਸ ਦੇ ਆਸਰੇ ਨਹੀਂ ਬੈਠਾ।
ਉਹ ਆਪਣੀ ਨੈਤਿਕਤਾ ਦੇ ਆਸਰੇ ਬੈਠਾ। ਵਾਰਸੀ ਹੁੰਦੀ ਹੈ ਨੈਤਿਕਤਾ, ਮਤਲਬ ਆਪਣੀ ਸੁੱਚਮ। ਉਸ ਸੁੱਚਮ ਨਾਲ ਨਿਭਣਾ ਕਿਵੇਂ ਹੈ, ਉਸ ਸੁੱਚਮ ਨਾਲ ਕਿਸੇ ਨੂੰ ਜੋੜਨਾ ਕਿਵੇਂ ਹੈ। ਭਾਈ ਜੇ ਉਸ ਪਾਸੇ ਨੂੰ ਵਾਰਸੀ ਪੋਲਿਟਿਕਸ ਹੋਣਾ ਤਾਂ ਸਰਬੱਤ ਦੇ ਭਲੇ ਵਾਲੀ ਗੱਲ ਹੋਏਗੀ, ਤੇ ਜੇ ਨਹੀਂ ਹੋਏ ਤਾਂ ਸਾੜਾ ਮਤਲਬ ਉਕਸਾਹਟ ਭੜਕਾਹਟ ਇਹ ਗੱਲਾਂ ਪੈਦਾ ਹੋ ਜਾਣਗੀਆਂ। ਹੁਣ ਤੇ ਅਸੀਂ ਅੱਕੇ ਪਏ ਹਾਂ। ਮੈਂ ਇਹ ਸਮਝਦਾ ਕਿ ਮੈਨੂੰ ਜੇ ਕੋਈ ਪੁੱਛੇ ਤੇ ਮੈਂ ਕਿਹਦੇ ਨਾਲ ਆ ਤੇ ਕਿਹਦੇ ਖਿਲਾਫ ਆ, ਨਾ ਕਿਸੇ ਦੇ ਨਾਲ ਨਾ ਖਿਲਾਫ, ਖਿਲਾਫ ਤੇ ਨਾਲ ਹੋਣ ਦੀ ਮੌਕਾ ਹੀ ਨਹੀਂ ਦੇ ਰਹੇ। ਕੋਈ ਕਮਲਾ ਹੈ ਤੇ ਜਿਹੜਾ ਬੰਦਾ ਮਤਲਬ ਖੂਹ ਚ ਡਿੱਗਣ ਨੂੰ ਜਾ ਰਿਹਾ ਉਹਦੇ ਨਾਲ ਭੱਜੇਗਾ। ਇਹ ਫੈਸਲਾ ਕਰਨਾ ਬਹੁਤ ਔਖਾ ਹੈ, ਇਹ ਫੈਸਲਾ ਕਰਨਾ ਬਹੁਤ ਔਖਾ ਹੈ। ਬਾਬਾ ਸਾਹਿਬ ਬਹੁਤ ਖੂਬਸੂਰਤ ਇਸ਼ੂ ਲਿਆ, ਤੇ ਇਹਦੇ ਵਿੱਚੋਂ ਮੈਂ ਨਤੀਜੇ ਦੇ ਤੌਰ ਤੇ ਕਹਿਣਾ ਚਾਹੁੰਦਾ ਕਿ ਭਾਈ ਮਾਲਕਾਂ ਵਾਂਗੂ ਪੋਲਿਟਿਕਸ ਕਰਨ ਵਾਲੇ ਪਾਸੇ ਨੂੰ ਜਾ ਰਹੇ ਹੋ ਤੇ ਉਹਦੇ ਵਿੱਚ ਸ਼ਰੀਕਾਂ ਵਾਂਗੂ ਉਲਝੇ ਜਾਂਦੇ ਹੋ, ਉਹ ਚ ਬੇਲੋੜੀਆਂ ਲੜਾਈਆਂ ਲੜਨ ਵਾਲੇ ਪਾਸੇ ਤੁਰੇ ਹੋ। ਇਹਦਾ ਨਾ ਤੁਹਾਨੂੰ ਫਾਇਦਾ ਹੋਣਾ, ਨਾ ਕਿਸੇ ਪੰਜਾਬ ਨੂੰ ਫਾਇਦਾ ਹੋਣਾ, ਨਾ ਕਿਸੇ ਪੰਜਾਬ ਦੇ ਬਸ਼ਰ ਨੂੰ ਫਾਇਦਾ ਹੋਣਾ, ਨਾ ਕਿਸੇ ਸਿੱਖ ਨੂੰ ਫਾਇਦਾ ਹੋਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ।